ਪੀਐਨਓ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ। ਦੋਸਤੋ, ਮੈਂ ਸੁਖਨੈਬ ਸਿੰਘ ਸਿੱਧੂ ਇਸ ਵਕਤ ਵਰਲਡ ਵੌਇਸ ਪ੍ਰੋਗਰਾਮ ਦੇ ਨਾਲ ਸ਼ਾਮਲ ਹਾਂ। ਹਰੇਕ ਹਫ਼ਤੇ ਅਸੀਂ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ, ਪੰਜਾਬੀਆਂ ਦੇ ਮੁੱਦਿਆਂ ਦੀ ਗੱਲ ਕਰਦੇ ਹਾਂ ਤੇ ਪ੍ਰੋਗਰਾਮ ਦਾ ਹਿੱਸਾ ਬਣਦੇ ਨੇ ਰਣਜੀਤ ਸਿੰਘ ਕੁੱਕੀ ਗਿੱਲ। ਅੱਜ ਫੇਰ ਪੰਜਾਬ ਦੀ ਗੱਲ ਛਿੜੀ ਹੈ, ਅੱਜ ਫੇਰ ਪੰਜਾਬ ਦੀ ਚਰਚਾ ਹੈ ਤੇ ਅਸੀਂ ਇਹਨਾਂ ਬਹੁਤ ਸਾਰੇ ਮੁੱਦਿਆਂ ਤੇ ਚਰਚਾ ਕਰਨ ਦੇ ਵਾਸਤੇ ਤੁਹਾਡੇ ਨਾਲ ਜੁੜੇ ਹਾਂ। ਸ਼ਾਮਲ ਨੇ ਰਣਜੀਤ ਸਿੰਘ ਕੁੱਕੀ ਗਿੱਲ। ਗਿੱਲ ਸਾਹਿਬ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਸਭ ਤੋਂ ਪਹਿਲਾਂ ਜੇ ਗੱਲ ਕਰਨੀ ਹੋਵੇ ਤਾਂ ਪੰਜਾਬ ਦੀ ਜਿਹੜੀ ਸਥਿਤੀ ਆ ਉਹਦੀ ਸਮੀਖਿਆ ਅੰਦਾਜ਼ਾ ਲਾ ਕੇ ਆਪਾਂ ਇੱਥੋਂ ਹੀ ਕਰ ਸਕਦੇ ਹਾਂ ਕਿ ਸਰਕਾਰ ਕੌਣ ਚਲਾ ਰਿਹਾ, ਕਿਹਦੇ ਹੱਥਾਂ ਦੇ ਵਿੱਚ ਹੈ। ਬੀਤੇ ਦਿਨਾਂ ਦੇ ਵਿੱਚ ਇੱਕ ਬੜੀ ਅਹਿਮ ਗੱਲ ਹੋਈ, ਐਡਵੋਕੇਟ ਜਨਰਲ ਦੇ ਵੱਲੋਂ ਅਸਤੀਫਾ ਦਿੱਤਾ ਗਿਆ। ਉਹ ਮਨਜ਼ੂਰ ਹੋ ਗਿਆ, ਕਈ ਦਿਨਾਂ ਬਾਅਦ ਮਨਜ਼ੂਰ ਹੋਇਆ। ਰੌਲਾ ਰੱਪਾ ਇਹ ਪੈ ਗਿਆ ਕਿ ਉਸ ਐਡਵੋਕੇਟ ਜਨਰਲ ਨੂੰ ਜਿਹੜੇ ਦਿਸ਼ਾ ਨਿਰਦੇਸ਼ ਮਿਲਦੇ ਸੀ ਉਹ ਮੁੱਖ ਮੰਤਰੀ ਤੋਂ ਘੱਟ ਤੇ ਸੁਪਰ ਸੀਐਮ ਤੋਂ ਜਾਂ ਫਿਰ ਰਾਘਵ ਚੱਡੇ ਵਰਗਿਆਂ ਤੋਂ ਜ਼ਿਆਦਾ ਮਿਲਦੇ ਸੀ। ਵੈਸੇ ਬੜੀ ਵੱਡੀ ਤਬਦੀਲੀ ਹੋਈ, ਬੜੀ ਅਨਐਕਸਪੈਕਟਡ ਡਿਵੈਲਪਮੈਂਟ ਹੋਈ ਆ। ਵੈਸੇ ਪ੍ਰੈਸ ਤੇ ਵੀ ਸਵਾਲ ਆ ਕਿ ਮੀਡੀਆ ਦੀ ਇਨਵੈਸਟੀਗੇਸ਼ਨ ਟੀਮਸ ਜਿਹੜੀਆਂ ਨੇ ਉਹ ਸਾਇਲੈਂਟ ਰਹੀਆਂ ਕਿ 19 ਜੁਲਾਈ ਨੂੰ ਐਡਵੋਕੇਟ ਜਨਰਲ ਆਪਣਾ ਰੈਜ਼ਿਗਨੇਸ਼ਨ ਸਬਮਿਟ ਕਰ ਰਿਹਾ। ਹਜੇ ਤੱਕ ਕੋਈ ਚੇਨ ਆਫ ਈਵੈਂਟਸ ਬਾਹਰ ਨਹੀਂ ਆਈਆਂ ਗਿਆ ਵੀ ਕੀ ਹੋਇਆ। ਕੱਲ ਮੈਂ ਅਨਮੋਲ ਰਤਨ ਨਾਲ ਗੱਲ ਕੀਤੀ ਸੀ, ਆਪ ਦੀ, ਮੇਰਾ ਪੁਰਾਣਾ ਵਾਕਫ। ਮੈਂ ਉਹਨੂੰ ਕਿਹਾ ਸੀ ਵੀ ਖੁੱਲ੍ਹ ਕੇ ਬੋਲ, ਪੰਜਾਬ ਦਾ ਪੁੱਤ ਬਣ ਕੇ ਦਿਖਾ। ਪਰ ਮੇਰਾ ਨਹੀਂ ਖਿਆਲ, ਉਹਨੇ ਕਿਹਾ ਸੀ ਹਾਂ ਮੈਂ ਦੱਸੂਗਾ। ਮੈਂ ਕਿਹਾ ਗੱਲਾਂ ਤਾਂ ਬਾਹਰ ਆ ਰਹੀਆਂ ਨੇ ਕਿ ਹੂਜ਼ ਰਨਿੰਗ ਪੰਜਾਬ ਨੂੰ ਚਲਾ ਕੌਣ ਰਿਹਾ। ਲੋਕਾਂ ਨੇ ਆਪਣੇ ਸਮਝ ਕੇ ਆਪ ਭਗਵੰਤ ਮਾਨ ਹੁਣਾਂ ਨੂੰ ਵਾਗਡੋਰ ਸੰਭਾਲੀ ਸੀ, ਕਿਉਂਕਿ ਰਵਾਇਤੀ ਪਾਰਟੀਆਂ ਨੇ, ਅਕਾਲੀ ਦਲ ਹੋਵੇ ਚਾਹੇ ਹੁਣ ਕਾਂਗਰਸੀ। ਹੁਣ ਕੱਲ ਪ੍ਰਤਾਪ ਸਿੰਘ ਬਾਜਵਾ ਕਹਿ ਰਿਹਾ ਸੀ ਵੀ ਸਾਡੇ ਤੋਂ ਅੱਖਾਂ ਦੇ ਹੰਝੂ ਦੇਖੇ ਨਹੀਂ ਜਾ ਰਹੇ। ਬੇਅਦਬੀ ਦੇ ਬਾਰੇ ਗੱਲ ਕਰ ਰਿਹਾ ਸੀ ਉਹ, ਬਗਰਾੜੀ ਵਾਲੇ ਬਾਰੇ, ਗੁਰਜ ਜਵਾਹਰ ਸਿੰਘ ਵਾਲੇ ਬਾਰੇ, ਬਹਿਬਲ ਕਲਾਂ ਬਾਰੇ, ਕੋਟਪੂਰੇ ਬਾਰੇ। ਮੈਨੂੰ ਦੇਖ ਕੇ ਇਹਨਾਂ ਦਾ ਤਰਸ ਆਉਂਦਾ ਪ੍ਰਤਾਪ ਬਾਜਵੇ ਤੇ ਵੀ ਇਹਨਾਂ ਨੂੰ 84 ਨਹੀਂ ਦਿਖਿਆ। ਉਦੋਂ ਤਾਂ ਬੜੇ ਲਲਕਲੇ ਮਾਰਦੇ ਸੀ। ਜਦੋਂ ਇੰਡੀਅਨ ਆਰਮੀ ਨੇ ਆ ਕੇ ਸਾਡਾ ਦਰਬਾਰ ਸਾਹਿਬ ਤਹਿਸ ਨਹਿਸ ਕਰਤਾ, ਜਿਹਨੂੰ ਅਮਾਨ ਸਿੰਘ ਮਾਨ ਹਰੀ ਮੰਦਰ ਕਹਿੰਦਾ। ਸਾਡੇ ਗੁਰਦੁਆਰੇ ਕਦੋਂ ਤੋਂ ਮੰਦਰ ਬਣ ਗਏ? ਆਪਾਂ ਗੱਲ ਕਰ ਕੀ ਰਹੇ ਹਾਂ? ਪ੍ਰਤਾਪ ਸਿੰਘ ਬਾਜਵੇ ਇਹਨਾਂ ਨੂੰ ਪਿੱਛੇ ਝਾਤੀ ਮਾਰ ਲੈਣੀ ਚਾਹੀਦੀ ਆ। ਜਦੋਂ ਬੇਅਦਬੀ ਦੀ ਗੱਲ ਕਰਦੇ ਆ ਨਾ, ਉਹ 1984 ਦੀ ਵੀ ਗੱਲ ਕਰ ਲਿਆ ਕਰ। ਸਾਡੀ ਤਾਂ ਆਹ ਹਾਲਤ ਆ ਸਕਦਾ ਹੈ ਪੰਜਾਬ ਦੀ ਕਿ ਆਪਣਿਆਂ ਨੂੰ ਸੱਤਾ ਦਿੱਤੀ ਸੀ, ਉਹਨਾਂ ਨੇ ਗਾਂ ਝੋਲੀ ਪਾਤੀ ਦਿੱਲੀ ਦਰਬਾਰ ਨੇ। ਇਹ ਭੁੱਲ ਗਏ ਕਿ ਅਨੰਦਪੁਰ ਸਾਹਿਬ ਦੇ ਜਿਹੜੇ ਰਣਜੀਤ ਨਗਾਰੇ ਨੇ ਨਾ, ਜਿਹੜੇ ਅਕਾਲ ਤਖਤ ਸਾਹਿਬ ਦੇ ਨਰਸਿੰਘੇ ਨੇ, ਉਹ ਕਦੀ ਦਿੱਲੀ ਦਰਬਾਰ ਅੱਗੇ ਨਹੀਂ ਕਦੀ ਵੀ ਗੋਡੇ ਟੇਕਦੇ, ਨਾ ਕਦੀ ਝੋਲੀਆਂ ਫੈਲਾਉਂਦੇ ਨੇ ਜਿਵੇਂ ਭਗਵੰਤ ਮਾਨ ਚੀਫ ਮਿਨਿਸਟਰ ਫੈਲਾਈ ਫਿਰਦਾ। ਇਹਦੇ ਕੋਲ ਇੰਨੀ ਤਾਕਤ ਨਹੀਂ ਕਿ ਆਪਣਾ ਐਡਵੋਕੇਟ ਜਨਰਲ ਜਿਹੜਾ ਪਿਛਲੇ 4 ਮਹੀਨਿਆਂ ਤੋਂ ਇੰਨੀ ਸ਼ਿੱਦਤ ਨਾਲ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰ ਰਿਹਾ ਸੀ। ਉਹਦੇ ਤੇ ਅਟੈਕ ਵੀ ਹੋਇਆ ਜਦੋਂ ਸ਼ਤਾਬਦੀ ਤੇ ਆ ਰਿਹਾ ਸੀ। ਕਿਸੇ ਨੇ ਆਹ ਦਾ ਨਾਰਾ ਨਹੀਂ ਮਾਰਿਆ ਵੀ ਇਹਦੇ ਤੇ ਅਟੈਕ ਹੋਇਆ ਕਿਉਂ। ਐਡਵੋਕੇਟ ਜਨਰਲ ਭਾਵੇਂ ਇਹਨਾਂ ਨੇ ਕਿਸੇ ਨੂੰ ਲਾਤਾ, ਹੁਣ ਮੇਰਾ ਉਹਦੇ ਨਾਲ ਕੋਈ ਮਤਲਬ ਨਹੀਂ ਵੀ ਉਹਨੇ ਕਿਹਦਾ ਕੇਸ ਲੜਿਆ ਕਿਹਦਾ ਨਹੀਂ ਲੜਿਆ, ਕਿਉਂਕਿ ਵਕੀਲ ਦਾ ਪੇਸ਼ਾ ਨੋਬਲ ਪ੍ਰੋਫੈਸ਼ਨ ਆ, ਜਿਵੇਂ ਡਾਕਟਰ ਦਾ ਪ੍ਰੋਫੈਸ਼ਨ ਆ ਕਿ ਮਰੀਜ਼ ਨੂੰ ਉਹ ਇਹ ਨਹੀਂ ਪੁੱਛਦਾ ਕਿ ਤੇਰੀ ਸੋਚ ਕੀ ਆ ਜਾਂ ਤੇਰੀ ਅਫੀਲੀਏਸ਼ਨਸ ਕੀ ਨੇ। ਨਾ ਵਕੀਲ ਆਪਣੇ ਕਲਾਇੰਟ ਨੂੰ ਪੁੱਛਦਾ, ਉਹਦਾ ਕੰਮ ਕਾਨੂੰਨੀ ਨੁਕਤਾ ਹੁੰਦਾ। ਉਹ ਕਾਨੂੰਨੀ ਨੁਕਤੇ ਤੋਂ ਹੀ ਆਪਣਾ ਕਰਕੇ ਆਪਣੀ ਪ੍ਰੋਫੈਸ਼ਨਲ ਡਿਊਟੀ ਕਰਦਾ। ਪਰ ਮੈਂ ਇਹ ਜ਼ਰੂਰ ਜਾਣਨਾ ਚਾਹੂੰਗਾ ਕਿ ਜਿਹੜਾ ਨਵਾਂ ਐਡਵੋਕੇਟ ਜਨਰਲ ਆ, ਭਾਵੇਂ ਉਹਦੇ ਬਾਰੇ ਹਜੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਸਰਕਾਰੀ ਤੌਰ ਤੇ, ਕਿ ਉਹਦਾ ਪੰਜਾਬ ਪ੍ਰਤੀ ਕੀ ਇਤਿਹਾਸ ਰਿਹਾ। ਇੱਥੇ ਸਗਨੈਬ ਆਹ ਗੱਲ ਆ ਕਿ ਮੇਰੇ ਦਿਲ ਕੀ ਹਾਲਤ ਮੇਰੇ ਪੰਜਾਬ ਸੀ ਹੈ, मेरे दिल की हालत मेरे पंजाब सी है, जिसको भी दी हुकूमत बर्बाद कर गई। सही गल। ये बर्बाद करके 1849 तो बाद जदों समीकरण बने साम्राज्य हुकूमत के खिलाफ, 1882 इंडियन नैशनल कांग्रेस का संगठन होया। उन्हां दा आदेश सीगा कि असी भारत के हुक्मरान बनना, असी भारत आज़ाद करना। 1906 ਵਿੱਚ ਮੁਸਲਿਮ ਲੀਗ ਬਣੀ। ਉਹਨਾਂ ਦਾ ਸੋਲ ਏਮ ਸੀ ਕਿ ਅਸੀਂ ਮੁਸਲਮਾਨਾਂ ਲਈ ਆਪਣਾ ਪਾਕਿਸਤਾਨ ਬਣਾਉਣਾ। ਉਹ ਏਜੰਡਾ ਲੈ ਕੇ ਆਏ। ਦੂਜੇ ਪਾਸੇ ਜਿਨ੍ਹਾਂ ਕੋਲੇ ਆਖਰੀ ਰਾਜ ਸੀ 1849 ਤੱਕ, ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਸੀ, ਖਾਲਸਾ ਰਾਜ ਸੀ, ਜਿਹਨੂੰ ਇਹ ਅੱਜ ਕੱਲ੍ਹ ਖਾਲਿਸਤਾਨ ਦੇ ਰੰਗਾਂ ਵਿੱਚ ਰੰਗਣਾ ਚਾਹੁੰਦੇ ਨੇ ਮਾਂ ਨਾਲ ਕੇ ਕੋਕੇ ਨਾਰਿਆਂ 'ਚ। ਉਹ ਸਾਡਾ ਖਾਲਸਾ ਰਾਜ ਸੀ। ਜਦੋਂ ਅਕਾਲੀ ਦਲ 1920 'ਚ ਹੋਂਦ 'ਚ ਆਇਆ, ਇਹਨਾਂ ਨੇ ਆਪਣਾ ਉਹ ਵਜੂਦ ਭੁੱਲ ਗਏ।
ਜੀ ਕਿਉਂਕਿ ਇਹਨਾਂ ਦੀ ਜਿਹੜੀ ਪਹੁੰਚ ਆ ਉਹ ਗੋਲਕਾਂ ਤੱਕ ਹੀ ਰਹੀ ਅਸਲ। ਇਹ ਕਹਿੰਦੇ ਆ ਨਾ ਕੁਰਬਾਨੀਆਂ ਦਾ ਇਤਿਹਾਸ ਆ, ਕੁਰਬਾਨੀਆਂ ਦਾ ਜ਼ਰੂਰ ਇਤਿਹਾਸ ਆ, ਪਰ ਕੁਰਬਾਨੀਆਂ ਪਾਈਆਂ ਤੁਸੀਂ ਝੋਲੀ ਨਹਿਰੂ ਗਾਂਧੀ ਹੁਣਾਂ ਨੇ। ਆਪਣਾ ਵਜੂਦ ਭੁੱਲ ਗਏ ਕਿ ਅਸੀਂ ਕਿਹਦੇ ਵਾਰਸ ਹਾਂ, ਅਸੀਂ ਕਿਹਦੇ ਵਾਰਸ ਹਾਂ। ਅਸੀਂ ਗੋਲਕਾਂ ਦੀ ਲੜਾਈ ਲੜਨ ਵਾਲੇ ਨਹੀਂ, ਅਸੀਂ ਆਪਣੀ ਰਾਜ ਸੱਤਾ ਜੋ ਸਾਡੇ ਕੋਲੇ ਸੀ, ਇੱਕੋ ਇੱਕ ਸਿੱਖ ਕੌਮ ਸੀ ਜਿਹਦੇ ਕੋਲੇ ਭਾਰਤੀ ਸਾਮਰਾਜ ਦੇ ਵਿੱਚ ਉਪ ਮਹਾਂਦੀਪ ਵਿੱਚ ਇੱਕ ਆਪਣਾ ਇੰਡੀਪੈਂਡੈਂਟ ਰਾਜ ਸੀ। ਮੈਨੂੰ ਹੋਰ ਦੱਸੋ, ਕਿਉਂਕਿ ਹਿੰਦੂ ਸਾਮਰਾਜ ਨੇ ਤਾਂ 10ਵੀਂ ਸਦੀ ਤੋਂ ਹੀ ਆਪਣਾ ਰਾਜ ਗਵਾ ਲਿਆ ਸੀ। ਉਸ ਤੋਂ ਬਾਅਦ ਮੁਸਲਮਾਨ ਹਕੂਮਤ ਰਹੀ ਆ, ਫਿਰ ਅੰਗਰੇਜ਼ ਆਏ ਨੇ ਤੇ ਉਹਨਾਂ ਦੇ ਬਰਾਬਰ ਹਿੱਕ ਢਾ ਕੇ ਕੋਈ ਖੜਿਆ, ਕੋਈ ਰਾਜਪੂਤ ਰਾਜਾ ਨਹੀਂ ਖੜਿਆ। ਕੋਈ ਸ਼ਿਵਜੀ ਹੁਣੇ ਜ਼ਰੂਰ ਲੜੇ ਆ, ਮੈਂ ਕਦਰ ਕਰਦਾ, ਪਰ ਜੇ ਰਾਜ ਭਾਗ ਕਿਸੇ ਨੇ ਸੰਭਾਲਿਆ ਤਾਂ ਉਹ ਮਹਾਰਾਜਾ ਰਣਜੀਤ ਸਿੰਘ ਨੇ ਸਾਂਭਿਆ। ਜਥੇਦਾਰ ਬਗੇਲ ਸਿੰਘ ਨੇ ਲਾਲ ਕਿਲੇ ਤੇ ਜਾ ਕੇ ਝੰਡਾ ਚਲਾਇਆ, ਸਿੰਘਾਸਣ ਡਾਇਆ। ਬਾਬਾ ਜੱਸਾ ਸਿੰਘ ਰਾਮਗੜੀਆ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਇਹਨਾਂ ਨੇ ਜਦੋਂ ਅਕਾਲੀ ਦਲ ਸਿਰਜਿਆ, ਇਹਨਾਂ ਦਾ ਆਦੇਸ਼ ਗੋਲਕਾਂ ਤੇ ਕਬਜ਼ਾ ਕਰਨਾ ਸੀ, ਉਹ ਅੱਜ ਵੀ ਕਰ ਰਹੇ ਨੇ। ਚਾਹੇ ਇਹਨਾਂ ਨੂੰ ਜਿਹੜਾ ਇਤਿਹਾਸ ਮਿਲਿਆ ਸਰਬਰਾਹ ਅਰੂੜ ਸਿੰਘ ਵਰਗਿਆਂ ਦਾ, ਜਿਨ੍ਹਾਂ ਨੂੰ ਅੱਜ ਕਹਿ ਰਹੇ ਆ ਕਿ ਉਹਨਾਂ ਦੇ ਐਕਸ਼ਨ ਜਨਰਲ ਡਾਇਰ ਦੇ ਗੱਲ 'ਚ ਸਰੋਪਾ ਪਾਉਣਾ, ਉਹਨੇ ਸਿੱਖ ਕੌਮ ਬਚਾ ਲਈ। ਇਹ ਕੀ ਗੱਲ ਕਰ ਰਹੇ ਆ? ਇਹ ਕਿਹੜਾ ਇਤਿਹਾਸ ਹੈ ਜਿਹੜੇ ਸਿੱਖਾਂ ਦਾ? ਇਹ ਅਮਾਨ ਸਿੰਘ ਮਾਨ ਵਰਗੇ ਕਹਿ ਰਹੇ ਕਿ ਭਗਤ ਸਿੰਘ ਦੀ ਫੋਟੋ ਲਾ ਦਿਓ। ਉਹ ਭਗਤ ਸਿੰਘ ਜਬਰ ਤੇ ਜ਼ੁਲਮ ਦੇ ਖਿਲਾਫ ਲੜਿਆ ਸੀਗਾ। ਠੀਕ ਆ, ਉਹਦੀ ਸੋਚ ਕੁਝ ਵੀ ਹੋ ਸਕਦੀ ਆ। ਉਹਨੇ ਕਿਸੇ ਤੇ ਥੋੜੇ ਵਾਂਗੂ ਥੋਪੀ ਤਾਂ ਨਹੀਂ ਸੋਚ, ਕੋਈ ਫੋਕਾ ਨਾਰਾ ਤਾਂ ਨਹੀਂ ਮਾਰਿਆ। ਉਹਨੇ ਜਾਤ ਪਾਤ ਦੇ ਖਿਲਾਫ ਲਿਖਿਆ ਸੀ। ਉਹਨੇ ਹਿੰਦੂ ਧਰਮ ਵਿੱਚ ਜਿਹੜੀਆਂ ਕਰਤੂਤਾਂ ਆ ਚੁੱਕੀਆਂ ਸੀ ਉਹਦੇ ਬਾਰੇ ਉਹਨੇ ਗੱਲ ਉਠਾਈ ਸੀ। ਆਪਾਂ ਨੂੰ ਬਹੁਤ ਸ਼ਰਮਿੰਦਗੀ ਆ ਮੈਨੂੰ ਐਜ਼ ਏ ਸਿੱਖ ਕਿ ਸਾਡੇ SGPC ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਦੇ ਵਿੱਚ ਵੀ ਜਾਤ ਪਾਤ ਦਾ ਕੋਡ ਬੜਿਆ ਹੋਇਆ। ਹੁਣ ਇਹ ਗੱਲਾਂ ਕਰਦੇ ਵੀ ਕ੍ਰਿਸਚੈਨਿਟੀ 'ਚ ਆਪਾਂ ਜਾ ਰਹੇ ਹਾਂ। ਕ੍ਰਿਸਚੈਨਿਟੀ 'ਚ ਜਾਣਾ ਕਿਉਂ? ਤੁਸੀਂ ਧੱਕੇ ਆ, ਕਿਉਂ ਡੇਰੇ ਬਣੇ? ਕਿਉਂਕਿ ਤੁਸੀਂ ਆਪਣਾ ਗੋਲਕਾਂ ਦਾ ਮੋਹ ਛੱਡਿਆ ਨਹੀਂ। ਤੁਸੀਂ ਕਿਹੜੇ ਇਤਿਹਾਸ ਦੀ ਗੱਲ ਕਰਦੇ? ਅਕਾਲੀ ਦਲ ਨੇ ਸਾਨੂੰ 47 'ਚ ਸਾਡਾ ਰਾਜ ਭਾਗ ਜਿਹੜਾ 1849 'ਚ ਗਿਆ ਸੀ, ਉਹਦੀ ਬਜਾਏ ਇਹਨਾਂ ਨੇ ਸਾਨੂੰ ਗਾਂਧੀ ਨਹਿਰੂ ਹੁਣਾਂ ਦੇ ਫੋਕੇ ਨਾਰਿਆਂ ਦੀ ਝੋਲੀ ਪਾਤਾ। ਹੁਣ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਸਹੁੰ ਦੀ ਗੱਲ ਕਰਦੇ, ਭੁੱਲ ਗਏ ਸਰਦਾਰ ਹੁਕਮ ਸਿੰਘ ਨੂੰ। ਇਹ ਭੁੱਲ ਗਏ ਆਇਰਿਸ਼ ਸਟਰਗਲ ਵੀ ਕੀ ਹੋਇਆ, ਉਹ ਕਿਸ ਤਰ੍ਹਾਂ ਦੀ ਦੂਜੇ ਰੈਵੋਲੂਸ਼ਨਸ ਦੀ ਕੀ ਹਿਸਟਰੀ ਆ। ਜੇ ਕਿਰਪਾਨ ਚੱਕਣੀ ਆ ਨਾ ਤਾਂ ਉਹਦਾ ਅਰਥ ਸਮਝ ਕੇ ਚੱਕੋ। ਇੱਕ ਦਿਖਾਵੇ ਵਜੋਂ, ਇੱਕ ਅਪੀਅਰੈਂਸ ਵਜੋਂ ਕਿਰਪਾਨ ਨਾ ਚੱਕੋ। ਬਿਲਕੁਲ। ਤੇ ਜਿਹੜਾ ਇਹ ਵਿਵਾਦ ਹੁਣ ਸਿਰਜਿਆ ਗਿਆ ਕਿ ਭਗਤ ਸਿੰਘ ਹੋਰਾਂ ਦੀ ਤਸਵੀਰ ਉੱਥੇ ਨਾ ਲੱਗੇ ਜਾਂ ਉਹਨੂੰ ਹਟਾਈ ਜਾਵੇ, ਇਹਦਾ ਰੌਲਾ ਰੱਪਾ ਪੈ ਗਿਆ, ਪਰ ਇਹਦਾ ਪੰਜਾਬ ਦੇ ਮੁੱਦਿਆਂ ਨਾਲ ਕੋਈ ਸੰਬੰਧ ਲੱਗਦਾ ਜੀ? ਇਹ ਹੈ ਨਾ, ਮੇਰੇ ਬਹੁਤ ਅਜ਼ੀਜ਼ ਦੋਸਤ ਨੇ ਪ੍ਰੇਮ ਸਾਹਿਲ, ਦੇਹਰਾਦੂਨ ਦੇ ਬੜੇ ਨਾਮੀ ਪੋਇਟ ਨੇ। ਉਹਨਾਂ ਨੂੰ ਮੈਂ ਕਿਹਾ ਸੀ ਮੈਨੂੰ ਚੰਦ ਲਾਈਨਾਂ ਲਿਖ ਕੇ ਦਿਓ ਜੋ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਕਰ ਰਿਹਾ। ਉਹਨਾਂ ਨੇ ਕਿਹਾ ਵੀ ਲੋਗੋं का सबर मान जी, लोगों का सबर मान जी, मत ना आजमाइए, लोगों का सबर मान जी ना आजमाइए, देखा भी होगा आपने, नहीं है हुई नहीं है देर, जीतने की जहां तक है बात आपके, आंधे आंधे के हाथ भी कभी लग जाए है बटेर। ये प्रेम साहिल दी लिखे हुए लाइना ने। कदी कदी जिंदगी 'ਚ ਮੋੜ ਆ ਜਾਂਦੇ ਕਿ ਅੰਧਿਆਂ ਦੇ ਹੱਥ ਵੀ ਬਟੇਰ ਲੱਗ ਜਾਂਦੇ ਨੇ। ਸਾਨੂੰ ਅੰਧੇ ਬੰਦੇ ਨਹੀਂ ਚਾਹੀਦੇ, ਸਾਨੂੰ ਸੂਝਵਾਨ ਸਜੱਖੇ ਬੰਦੇ ਚਾਹੀਦੇ ਆ ਜਿਹੜੇ ਸਾਡੀ ਸਿੱਖ ਕੌਮ ਨੂੰ ਸੇਧ ਦੇ ਸਕਣ। ਲੋਕਾਂ ਨੇ, ਸੰਗਰੂਰ ਦਿਆਂ ਨੇ ਬਹੁਤ ਆਸਾਂ ਉਮੀਦਾਂ ਨਾਲ ਤੁਹਾਨੂੰ ਇੱਕ ਡਿਫਾਇੰਸ ਵਜੋਂ ਲਿਆਂਦਾ ਸੀ, ਤੁਹਾਨੂੰ ਇੱਕ ਸਿੰਬਲ ਦਿੱਤਾ ਸੀ। ਜੋ ਟਾਇਰਨਿਕਲ ਥਾਟਸ ਦਿੱਲੀ ਦਰਬਾਰ ਦੀਆਂ ਆ ਰਹੀਆਂ ਨੇ ਪੰਜਾਬ ਵਿੱਚ, ਉਹਨਾਂ ਦੇ ਅੱਗੇ ਤੁਹਾਨੂੰ ਇੱਕ ਸਿੰਬਲ ਵਜੋਂ ਭੇਜਿਆ ਸੀ ਕਿ ਉਹਦੇ ਅੱਗੇ ਹਿੱਕ ਡਾ ਕੇ ਖੜੋ। ਚੰਗੀ ਗੱਲ ਆ ਕਿ ਤੁਸੀਂ ਸੁਪਰੀਮ ਕੋਰਟ ਦੇ ਜੱਜ ਦੀ ਗੱਲ ਉਠਾਈ ਆ, ਪਰ ਉਦੋਂ ਚੰਗਾ ਹੁੰਦਾ ਜੋ ਪੰਜਾਬ ਵਿੱਚ ਹਾਈ ਕੋਰਟ ਦੀਆਂ ਨਿਯੁਕਤੀਆਂ ਹੋਈਆਂ ਨੇ ਜੱਜਿਸ ਦੀਆਂ, ਉਸ ਲਿਸਟ ਤੇ ਵੀ ਨਿਗਾਹ ਮਾਰ ਲੈਂਦੇ। 13 ਚੋਂ ਸਿਰਫ ਇੱਕ ਸਿੱਖ ਨੂੰ ਪ੍ਰਤੀਨਿਧਤਾ ਮਿਲੀ ਆ। ਇਸ ਚੀਜ਼ ਤੇ ਵੀ ਦੇਖ ਲਓ। ਇਹ ਵੀ ਪਹਿਲੇ ਮੁੱਦਾ ਉਠਾਉਂਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ, ਮੁੱਦਾ ਉਠਾਉਂਦੇ ਚੰਡੀਗੜ੍ਹ ਵਿੱਚ ਜ਼ਮੀਨ ਹਰਿਆਣਾ ਗਵਰਨਮੈਂਟ ਨੂੰ ਦੇਣ ਦਾ। ਪਹਿਲੇ ਮੁੱਦੇ ਆ ਚਾਹੀਦੇ ਸੀ, ਫਿਰ ਆਪਾਂ ਸੁਪਰੀਮ ਕੋਰਟ ਵੱਲ ਨੂੰ ਆਵਾਂਗੇ। ਪਹਿਲੇ ਆਪਾਂ ਨਾ ਘਰ ਸਿਰਜੀਏ। ਸਾਡਾ ਘਰ ਭਗਵੰਤ ਮਾਨ ਹੁਣੀ ਵੇਚਣ ਲੱਗੇ ਹੋਏ ਆ, ਇਹਨਾਂ ਨੂੰ ਰੋਕਣਾ ਪਊਗਾ। ਹਜੇ ਉਹਨੂੰ ਨੋਟੀਫਿਕੇਸ਼ਨ ਨਹੀਂ ਹੋਈ ਰਾਘਵ ਚੱਡੇ ਦੀ ਨਿਯੁਕਤੀ ਨੂੰ ਐਜ਼ ਚੇਅਰਮੈਨ, ਤਾਂ ਵੀ ਉਹ ਚੇਅਰਮੈਨ ਨਾਲੋਂ ਵੱਧ ਕਰ ਰਿਹਾ। ਜਿਹੜਾ ਅਨਮੋਲ ਰਤਨ ਸਿੱਧੂ ਦਾ ਰੌਲਾ ਸੀ ਕਿ ਜਿਹੜੀ ਉਹਦੀ ਟੀਮ ਉਹ ਚਾਹੁੰਦਾ ਸੀ, ਉਹ ਰਾਘਵ ਚੱਡਾ ਲੱਗਣ ਨਹੀਂ ਦੇਣਾ ਚਾਹੁੰਦਾ ਸੀ। ਉਹ ਆਪਣੇ ਦਿੱਲੀ ਦੇ ਬੰਦੇ ਲਿਆ ਕੇ
ਖੜੇ ਕਰਨਾ ਚਾਹੁੰਦਾ ਸੀ। ਆਹੀ ਜਿਹੜਾ ਦਿਖਾਂਤ ਆ ਸੁਖਨੈਬ, ਇਹ ਆਪਣੇ ਨਾਲ ਜਦੋਂ ਆਪਣੇ ਗੁਰੂ ਗ੍ਰੰਥ ਸਾਹਿਬ ਰੁਲੇ ਗਲੀਆਂ 'ਚ ਆਪਣੇ ਅੰਗ ਖਿਲਾਰੇ, ਉਹ ਦਿਖਾਂਤ ਦੀ ਵੀ ਤਸਵੀਰ ਭਗਵੰਤ ਮਾਨ ਚੀਫ ਮਿਨਿਸਟਰ ਦੀ ਕਾਰਜਕਾਰੀ ਤੇ ਬੜੀ ਚੰਗੀ ਤਰ੍ਹਾਂ ਝਲਕ ਰਹੀ ਆ। ਇੱਕ ਪਾਸੇ ਇਹ ਰਿਪੋਰਟ ਉਹਨੂੰ ਪਬਲਿਕਲੀ ਰਿਲੀਜ਼ ਕਰ ਰਹੇ ਆ, ਉਹ ਵੀ ਸੋ ਕਾਲਡ ਜਿਹੜੇ ਸਿੱਖ ਕਸਟੋਡੀਅਨਸ ਬਣੇ ਹੋਏ ਨੇ, ਜਿਨ੍ਹਾਂ ਨੇ 20 ਸਾਲ ਤੱਕ ਅੱਜ ਤੱਕ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸ਼ਹੀਦ ਨਹੀਂ ਮੰਨਿਆ, ਉਹਨਾਂ ਦੀ ਸ਼ਹਾਦਤ ਰੋਲੀ ਇਹਨਾਂ ਨੇ ਜੀ, ਉਹਨਾਂ ਨੂੰ ਇਹ ਰਿਪੋਰਟ ਦੇ ਰਹੇ ਆ। ਤੇ ਕੋਰਟ ਦੇ ਵਿੱਚ ਜਦੋਂ ਤਰੀਕ ਪਈ, ਉੱਥੇ ਇਹਨਾਂ ਦੀ ਸਟੇਟਸ ਰਿਪੋਰਟ ਫਾਈਲ ਨਹੀਂ ਹੋਈ ਉਹ ਕੇਸਾਂ, ਕਿਉਂਕਿ ਸਟੇਟਸ ਰਿਪੋਰਟ ਤਿਆਰ ਹੀ ਨਹੀਂ ਹੋਈ। ਸੈਸ਼ਨ ਜੱਜ ਪੁੱਛ ਰਿਹਾ ਵੀ ਰਿਪੋਰਟ ਕਿੱਥੇ ਆ, ਕੇਸ ਚੱਲੂਗਾ ਕਿਵੇਂ। ਤੇ ਬੇਅਦਬੀ ਦੇ ਦੂਸਰੇ ਐਂਗਲ ਵੀ ਬਾਹਰ ਆ ਰਹੇ। ਮੈਂ ਇਸ ਗੱਲ ਬਾਰੇ ਬਹੁਤ ਚਿਰ ਤੋਂ ਕਹਿ ਰਿਹਾ ਸੀ ਕਿ ਇਹਦੇ ਡਿਫਰੈਂਟ ਐਂਗਲਸ ਨੇ। ਜਦੋਂ ਗੁਰਦੁਆਰਾ ਜੋਹਾਰ ਕੇ ਤੋਂ ਬੀੜ ਚੱਕੀ ਗਈ, ਚੋਰੀ ਹੋਈ ਗੁਰੂ ਗ੍ਰੰਥ ਸਾਹਿਬ ਦੀ, ਉਸ ਗੁਰਦੁਆਰਾ ਕਮੇਟੀ ਵਿੱਚ ਡੇਰਾ ਪ੍ਰੇਮੀ ਵੀ ਮੈਂਬਰ ਸੀ ਉਸ ਗੁਰਦੁਆਰਾ ਕਮੇਟੀ ਦੇ। ਉਹਦੇ ਸਾਹਮਣੇ ਸਰਦਾਰ ਗੁਰਦੇਵ ਸਿੰਘ ਡੇਰਾ ਪ੍ਰੇਮੀ ਦੀ ਦੁਕਾਨ ਸੀ, ਜਿਹਨੂੰ ਕਿ ਕਾਫੀ ਹੱਦ ਤੱਕ ਪੁਲਿਸ ਸੋਚਦੀ ਸੀ ਕਿ ਨੌਲੇਜ ਆ। ਪੁਲਿਸ ਨੇ ਉਹਨੂੰ ਅਰੈਸਟ ਕੀਤਾ। ਅਰੈਸਟ ਜਦੋਂ ਕੀਤਾ, ਉਹਨਾਂ ਤੇ ਪੋਲੀਟੀਕਲ ਪ੍ਰੈਸ਼ਰ ਪਿਆ। ਉਹਨੇ ਪੁੱਛਗਿੱਛ ਵਿੱਚ ਉਹ ਕਾਫੀ ਗੱਲਾਂ ਮੰਨ ਰਿਹਾ ਸੀ। ਸੀਕੁਐਂਸ ਆਫ ਇਵੈਂਟਸ ਬਾਹਰ ਆ ਰਹੀਆਂ ਸੀ, ਜਿਹੜੀਆਂ ਦੱਸ ਰਹੀਆਂ ਸੀ ਕਿ ਭਾਵੇਂ ਬੰਦੇ ਡੇਰੇ ਦੇ ਆ, ਪਰ ਉਹਨਾਂ ਮਗਰ ਕੋਈ ਤਾਕਤ ਵੱਖਰੀ ਆ ਜਿਨ੍ਹਾਂ ਨੇ ਉਹ ਤੋਂ ਕਰਾਇਆ। ਕਿਉਂਕਿ ਉਦੋਂ ਸੁਖਨੈਬ ਗੁਲਾਬੀ ਸੁੰਡੀ ਦੀ ਮਾਰ ਪਈ ਸੀ ਕਿਸਾਨਾਂ ਨੂੰ। ਸਹੀ, ਕਿਸਾਨਾਂ ਦਾ ਨਰਮਾ ਲੱਖਾਂ ਏਕੜ ਤਬਾਹ ਹੋਇਆ ਸੀ। ਉਹ ਸੜਕਾਂ ਤੇ ਬੈਠੇ ਸੀ, ਰੇਲਾਂ ਰੋਕ ਰਹੇ ਸੀ, ਪੁਲਿਸ ਦੀ ਤਸ਼ੱਦਦ ਚੱਲ ਰਹੀ ਸੀ। ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆ ਸ਼੍ਰੋਮਣੀ ਅਕਾਲੀ ਦਲ, ਜਿਹੜੇ ਹੁਣ ਕਹਿੰਦੇ ਨਾ, ਜਦੋਂ ਉਦੋਂ ਇਹਨਾਂ ਦੀ ਹਕੂਮਤ ਸੀ, ਇਹ ਕਹਿੰਦੇ ਅਸੀਂ ਸਿੱਖਾਂ ਦੇ ਰਖਵਾਲੇ ਆ। ਇਹਨਾਂ ਨੇ ਉੱਥੇ ਗੁਰਦੁਆਰੇ ਜਿਹੜੇ ਉਸ ਇਲਾਕੇ 'ਚ ਗੁਰਦੁਆਰਾ ਸਾਹਿਬ ਪੈਂਦੇ ਸੀ SGPC ਵਾਲੇ, ਇਹ ਮੇਰੇ ਕੋਲੇ ਫੈਕਚੁਅਲ ਸਟੇਟਮੈਂਟਸ ਨੇ। ਇਹਨਾਂ ਨੇ ਉੱਥੇ ਗੁਰਦੁਆਰਾ ਕਮੇਟੀਆਂ ਨੂੰ ਕਿਹਾ ਸੀ ਕਿ ਜੇ ਲੰਗਰ, ਜਿੰਨੇ ਕਿਸਾਨ ਬੈਠੇ ਨੇ, ਇਹਨਾਂ ਨੂੰ ਲੰਗਰ ਨਹੀਂ ਦੇਣਾ, ਇਹਨਾਂ ਨੂੰ ਲੰਗਰ ਹਾਲ ਵਿੱਚ ਵੜਨ ਨਹੀਂ ਦੇਣਾ। ਇਸ ਦੀ ਗਵਾਹੀ ਮੇਰੇ ਖਿਆਲ ਕਿਸਾਨ ਜਥੇਬੰਦੀਆਂ ਦੇ ਜਿਹੜੇ ਲੀਡਰ ਆ ਭਰ ਵੀ ਦੇਣਗੇ ਕਿ ਆਹ ਸਾਡੇ ਨਾਲ ਹੋਇਆ ਸੀ। ਇਹ ਪੰਜਾਬ 'ਚ ਹੋਇਆ ਸੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਸੀ। ਉਸ ਚੀਜ਼ ਨੂੰ ਅਟੈਂਸ਼ਨ ਡਿਵਰਟ ਕਰਨ ਲਈ ਉਦੋਂ ਬੇਅਦਬੀ ਦੀ ਘਟਨਾ ਹੋਈ ਆ। ਗੁਰਦੇਵ ਸਿੰਘ ਨੂੰ ਜਦੋਂ ਫੜਿਆ, ਇਹਦਾ ਤੇ ਪ੍ਰੈਸ਼ਰ ਪਿਆ ਪੁਲਿਸ ਤੇ, ਗੁਰਦੇਵ ਸਿੰਘ ਨੂੰ ਛੱਡਣਾ ਪਿਆ। ਅਗਲੇ ਦਿਨ ਉਹਦੀ ਹੱਤਿਆ ਹੋ ਗਈ, ਉਹਨੂੰ ਮਾਰ ਦਿੱਤਾ ਗਿਆ। ਅੱਜ ਤੱਕ ਉਹ ਹਥਿਆਰੇ ਫੜੇ ਨਹੀਂ ਗਏ। ਉਹ ਸੀਕੁਐਂਸ ਆਫ ਇਵੈਂਟ ਕਦੀ ਬਾਹਰ ਨਹੀਂ ਆਈਆਂ, ਕਦੀ ਪ੍ਰਚਾਰਿਆ ਨਹੀਂ ਗਿਆ। ਉਹਦੀ ਵਾਈਫ ਨੂੰ ਪੰਜਾਬ ਪੁਲਿਸ ਚੱਕ ਕੇ ਲੈ ਗਈ ਮੋਹਾਲੀ, ਉੱਥੇ ਉਹਨੂੰ ਅਪਾਰਟਮੈਂਟ 'ਚ ਰੱਖਿਆ। ਉਸ ਤੋਂ ਬਾਅਦ ਉਹਨੂੰ ਸਰਕਾਰੀ ਪੰਜਾਬ ਪੁਲਿਸ ਦੀ ਨੌਕਰੀ ਦਿੱਤੀ। ਅੱਜ ਵੀ ਉਹ ਜੈਤੋ ਥਾਣੇ ਵਿੱਚ ਆਪਣੀ ਸਰਵਿਸ ਕਰ ਰਹੀ। 1001 ਨੰਬਰ ਆ ਉਹਦੀ ਬੈਲਟ ਦਾ ਜੀ। ਉਹਨੂੰ ਵੀ ਸਾਰਾ ਪਤਾ। ਉਹ ਦੱਸਣਾ ਚਾਹੀਦਾ ਉਹਨਾਂ ਲੋਕਾਂ ਨੂੰ ਕਿ ਕੀ ਹੋਇਆ। ਸਾਡਾ ਗੁਰੂ ਗ੍ਰੰਥ ਸਾਹਿਬ ਸਾਡਾ ਲਿਵਿੰਗ ਗੁਰੂ ਆ, ਜਿਹੜਾ ਰੁਲਿਆ, ਜਿਹਦੇ ਬਾਰੇ ਸ਼੍ਰੋਮਣੀ ਅਕਾਲੀ ਦਲ ਅੱਜ ਤੱਕ ਜਵਾਬ ਨਹੀਂ ਦੇ ਸਕਿਆ। ਜਿਹੜੀਆਂ ਉਸ ਤੋਂ ਬਾਅਦ ਈਵੈਂਟਸ ਹੋਈਆਂ, ਜਿਹੜੇ ਚਰਨਜੀਤ ਸ਼ਰਮਾ ਉਸ ਟਾਈਮ ਤੇ SSP ਸੀ ਫਰੀਦਕੋਟ ਦਾ, ਉਹ ਜਦੋਂ ਉਹਨੇ 25 ਪਿੰਡਾਂ ਦੀ ਤਲਾਸ਼ੀ ਲਈ, ਜਦੋਂ ਉਹ ਤਹਿ ਤੱਕ ਪਹੁੰਚਣ ਲੱਗਿਆ, ਉਹਨੂੰ ਚੱਕ ਕੇ ਬਦਲ ਕੇ SSP ਮੋਗਾ ਲਾਤਾ ਕਿ ਉੱਥੇ ਗੈਂਗਸਟਰਸ ਦਾ ਖਤਰਾ। ਇਹ ਜਿਹੜੀਆਂ ਸੀਕੁਐਂਸ ਆਫ ਇਵੈਂਟਸ ਨੇ, ਜਿਹੜੇ ਰੁਪਿੰਦਰ ਸਿੰਘ ਹੁਣੀ ਨੇ ਪੰਜ ਗਰਾਈਆਂ ਵਾਲੇ, ਜਿਹੜੇ ਕਹਿੰਦੇ ਕਿ 5:30 ਵਜੇ ਬੇਅਦਬੀ ਹੁੰਦੀ ਆ ਬਗਰਾੜੀ, ਉਹ ਵਿਦਿਨ 15 ਮਿੰਟਸ ਉੱਥੇ ਪਹੁੰਚ ਕੇ ਗਏ। ਉਹਨਾਂ ਨੂੰ ਕਿਵੇਂ ਪਤਾ ਲੱਗਿਆ ਜੀ? ਉਹਨਾਂ ਨੇ ਪੱਤਰੇ ਉੱਥੋਂ ਚੱਕੇ ਕਿਉਂ? ਫਿਰ SGPC ਦੀ ਟਾਸਕ ਫੋਰਸ ਆਉਂਦੀ ਆ ਕੋਟਕਪੂਰੇ, ਉਹਨੂੰ ਪਤਾ ਨਹੀਂ ਕੋਈ ਢੱਟ ਲੀਡ ਕਰ ਰਿਹਾ ਸੀ ਜਾਂ somebody else, ਉਹਦੇ ਪਿੱਛੇ ਮਨਤਾਰ ਬਰਾੜ ਸੀ ਕੋਟਕਪੂਰੇ ਦਾ MLA। ਇਹਨਾਂ ਨੇ ਉਹ ਪੱਤਰੇ ਖੋਹਣੇ ਚਾਹੇ, ਆਪਣੇ ਕਬਜ਼ੇ 'ਚ ਲੈਣੇ ਚਾਹੇ। ਉੱਥੇ ਕਲੈਸ਼ ਹੋਇਆ, ਕਲੈਸ਼ ਦੇ ਵਿੱਚ ਪੁਲਿਸ ਇੰਟਰਵੀਨ ਕੀਤੀ ਆ, ਉੱਥੇ ਗੋਲੀ ਚੱਲੀ ਆ। ਉਹ ਚੀਜ਼ਾਂ ਦੀ ਸੀਕੁਐਂਸ ਆਫ ਇਵੈਂਟ ਬਾਹਰ ਆਉਣੀਆਂ ਚਾਹੀਦੀਆਂ ਨੇ। ਇੱਥੇ ਕੀ ਸਵਾਲ ਆਉਂਦਾ ਕਿ ਉਹ ਜਿਹੜੇ ਦੋ ਨੌਜਵਾਨ ਸੀਗੇ ਪੰਜਗਰਾਈ ਕਲਾਂ ਦੇ ਸਕੇ ਭਾਈ ਸੀ, ਉਹਨਾਂ ਦੇ ਬਾਰੇ ਬਾਅਦ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਬੇਅਦਬੀ ਦੇ ਦੋਸ਼ੀ ਆ, ਅਸੀਂ ਇਹ ਫੜ ਲਏ। ਉਹਨਾਂ ਦਾ ਫਿਰ ਇਸ ਕਹਾਣੀ ਨਾਲ ਕੀ ਤਾਲਮੇਲ? ਉਹਦੇ 'ਚ ਪੰਥਪ੍ਰੀਤ ਦਾ ਵੀ ਨਾਂ ਆਉਂਦਾ। ਇਹ ਸੈਲਫ ਕਸਟੋਡੀਅਨ ਜਿਹੜੇ ਸਿੱਖ ਪੰਥ ਦੇ ਬਣੇ ਹੋਏ ਨੇ, ਇਹਨਾਂ ਨੂੰ ਜਵਾਬ ਦੇਣਾ ਪੈਣਾ ਸਿੱਖ ਕੌਮ ਅੱਗੇ ਕਿ ਉਹ ਸੀਕੁਐਂਸ ਆਫ ਇਵੈਂਟਸ ਕੀ ਹੋਈਆਂ। ਇਸੇ ਤਰ੍ਹਾਂ ਕੁਝ ਦਿਨਾਂ ਬਾਅਦ ਮੱਲ ਕੇ ਬੇਅਦਬੀ ਹੋਈ ਗੁਰੂ ਗ੍ਰੰਥ ਸਾਹਿਬ ਦੀ, ਉੱਥੇ ਵੀ ਪੱਤਰੇ ਖਿਲਾਰੇ ਗਏ। ਉੱਥੇ ਵੀ ਇਹ ਸੈਲਫ ਕਸਟੋਡੀਅਨਸ ਜਿਹੜੇ ਸੀਗੇ ਪਹੁੰਚੇ ਪੱਤਰੇ ਚੱਕਣ ਲਈ, ਪਰ ਪਿੰਡ ਦੇ ਸਰਪੰਚ ਨੇ ਹਿੱਕ ਡੱਕ ਕੇ ਖੜ ਗਿਆ। ਮੈਂ ਉਹਨੂੰ ਜਾਣਦਾ ਚੰਗੀ ਤਰ੍ਹਾਂ, ਉਹਨੇ ਮੈਨੂੰ ਬੁਲਾਇਆ ਵੀ ਸੀ। ਉਹਨਾਂ ਨੇ ਕਿਹਾ ਅਸੀਂ ਤੁਹਾਨੂੰ ਹੱਥ ਨਹੀਂ ਲਾਉਣ ਦੇਣਾ। ਉਹਨਾਂ ਨੇ ਪੁਲਿਸ ਨੂੰ ਉਹ ਵਰਕੇ ਦਿੱਤੇ।
ਉਹਨਾਂ ਨੇ ਜੀ। ਫੋਰੈਂਸਿਕ ਜਾਂਚ ਹੋਈ ਉਸ ਕੇਸ ਵਿੱਚ, ਭਾਵੇਂ ਸਜ਼ਾ 3 ਸਾਲ ਹੀ ਹੋਈ ਆ ਪਰ ਸਜ਼ਾ ਤਾਂ ਹੋਈ ਨਾ। ਬਗਰਾੜੀ ਵਾਲਾ ਤਾਂ ਕੇਸ ਕਿਸੇ ਤਰ ਪੱਤਨ ਲੱਗ ਹੀ ਨਹੀਂ ਰਿਹਾ। ਉਹ ਜਿਹੜੇ ਬੰਦੇ ਫੜੇ ਹੋਏ ਆ ਉਹਨਾਂ ਨੂੰ ਸੀਬੀਆਈ ਕਹਿ ਰਹੀ ਕਿ ਬੇਕਸੂਰ ਆ, ਕਿਉਂਕਿ ਉਦੋਂ ਸੁਖਬੀਰ ਬਾਦਲ ਉਹਨਾਂ ਨੇ ਗਲਤੀ ਕੀਤੀ। ਮੇਰੇ ਨਾਲ ਗੱਲ ਹੋਈ ਸੁਖਬੀਰ ਬਾਦਲ ਦੀ, ਮੈਂ ਕਿਹਾ ਕਦੀ ਗਲਤੀ ਨਾ ਕਰ ਜੋ ਸੀਬੀਆਈ ਨੂੰ ਕੇਸ ਦੇਣ ਦੀ, ਪੰਜਾਬ ਪੁਲਿਸ ਨੂੰ ਕੇਸ ਹੈਂਡਲ ਕਰਨ ਦਿਓ। ਇਹ ਵੀ ਗੱਲ ਸਕਣਾ ਬਾਹਰ ਆਈ ਆ ਕਿ ਜਿਹੜੀ ਬੁਰਜ ਜਵਾਹਰ ਸਿੰਘ ਤੋਂ ਬਾਬਾ ਜੀ ਦੀ ਬੀੜ ਚੱਕੀ ਗਈ ਸੀ ਉਹ ਰਿਕਵਰ ਹੋ ਗਈ ਸੀ। ਉਹਦੀ ਸੀਕੁਐਂਸ ਆਫ ਇਵੈਂਟਸ ਖੱਟੜੇ ਦੇ ਨਾਲ, ਜਿਹੜਾ ਉਸ ਟਾਈਮ ਤੇ ਡੀਆਈਜੀ ਸੀ, ਉਹਦੇ ਨਾਲ ਜੁੜਦੀਆਂ ਨੇ। ਇਹਨਾਂ ਨੇ ਗੁਰਦੁਆਰਾ ਜਿਹੜਾ ਗੋਦੜੀ ਸਾਹਿਬ ਫਰੀਦਕੋਟ, ਜਿਹੜਾ ਬਾਬਾ ਫਰੀਦ ਦਾ ਗੁਰਦੁਆਰਾ, ਉੱਥੇ ਇਹਨਾਂ ਨੇ ਉਹ ਬੀੜ ਰੱਖਣੀ ਚਾਹੀ ਸੀ ਪਰ ਗੁਰਦੁਆਰਾ ਸਾਹਿਬ ਵਾਲੇ ਮੰਨੇ ਨਹੀਂ ਸੀ। ਉਸ ਤੋਂ ਬਾਅਦ ਉਹ ਬੀੜ ਕਿੱਥੇ ਗਈ ਕਿੱਥੇ ਨਹੀਂ ਗਈ ਇਹ ਅੱਜ ਤੱਕ ਮਿਸਟਰੀ ਆ। ਇਹ ਕਲੈਰੀਫਾਈ ਕਰਨਾ ਪਊਗਾ ਖੱਟੜੇ ਨੂੰ ਵੀ, ਡੀਆਈਜੀ ਨੂੰ, ਕਿ ਕੀ ਇਹਦੇ ਬੀੜ ਰਿਕਵਰ ਕੀਤੀ ਕਿ ਨਹੀਂ ਕੀਤੀ। ਪਰ ਮੈਨੂੰ ਜਿਹੜੇ ਉਸ ਟਾਈਮ ਦੇ ਪੁਲਿਸ ਦੇ ਵਿੱਚ ਆਫੀਸ਼ੀਅਲ ਸੀਗੇ ਜਿਨ੍ਹਾਂ ਨੇ ਕਿ ਬਾਅਦ ਚ ਰੋਸ ਵਜੋਂ ਅਸਤੀਫਾ ਦੇਤਾ, ਉਹ ਇਹ ਦਾਵਾ ਕਰਦੇ ਆ ਕਿ ਬੀੜ ਬਿਲਕੁਲ ਰਿਕਵਰ ਹੋਈ ਆ। ਉਹ ਜਿਹਦੇ ਚੋਂ ਪੱਤਰੇ ਪਾੜੇ ਗਏ ਸੀ ਉਹ ਬੀੜ ਰਿਕਵਰ ਹੋਈ ਸੀ। ਉਹ ਬੀੜ ਹੈ ਕਿੱਥੇ? ਅੱਜ ਤੱਕ ਬੀੜ ਇਹ ਡਰੇਨਾਂ 'ਚ ਕਹਿੰਦੇ ਆ, ਡਰੇਨਾਂ 'ਚ ਰੁੜ ਗਈ, ਫਲਾਣੇ ਥਾਂ ਰੁੜ, ਉਹਦਾ ਜਵਾਬ ਦਿਓ, ਕੋਈ ਸਬੂਤ ਦਿਓ ਸਾਨੂੰ। ਜਿਹੜੇ ਪ੍ਰਤਾਪ ਬਾਜਵੇ ਹੁਣ ਕਹਿੰਦੇ ਆ ਨਾ ਕਿ ਅੱਖਾਂ 'ਚੋਂ ਸਾਡੇ ਅਥਰੂ ਆ ਰਹੇ ਆ, ਇਹ ਪਹਿਲੇ 84 ਦਾ ਜਵਾਬ ਦੇ ਦੇਣ, ਇਹ ਕਤਲੇਆਮ ਦਾ ਦਿੱਲੀ ਦਾ ਜਵਾਬ ਦੇ ਦੇਣ। ਮੈਂ ਤਾਂ ਇਹ ਗੱਲਾਂ ਕਹਿਣਾ ਕਿ ਜਿਹੜੇ ਭਗਤ ਸਿੰਘ ਵਰਗਿਆਂ ਤੇ ਦੋਸ਼ ਲਾ ਰਹੇ ਕਿ ਉਹ ਅੱਤਵਾਦੀ ਆ, ਉਹ ਸਿੱਖ ਇਤਿਹਾਸ ਪੜ੍ਹ ਲਓ ਫੇਰ ਗੱਲ ਕਰਿਓ। ਜੋ ਵੀ ਜਬਰ ਜ਼ੁਲਮ ਦੇ ਖਿਲਾਫ ਲੜਿਆ ਸਿੱਖ ਕੌਮ, ਬਾਬੇ ਨਾਨਕ ਨੇ ਇੱਕ ਲੋਕ ਗਾਥਾ ਰਚੀ ਸੀ ਜਬਰ ਜ਼ੁਲਮ ਦੇ ਖਿਲਾਫ, ਮਾਨਵਤਾ ਨੂੰ ਬਸਾਉਣ ਲਈ। ਭਗਤ ਸਿੰਘ ਨੇ ਵੀ ਮਾਨਵਤਾ ਦੀ ਗੱਲ ਕੀਤੀ ਸੀ। ਜੇ ਉਹਦੇ ਤੇ ਤੁਹਾਨੂੰ ਚੰਨਣ ਸਿੰਘ ਦਾ ਦੁੱਖ ਲੱਗਦਾ ਨਾ ਵੀ ਉਹਦੇ ਮਰਨ ਦਾ, ਵੀ ਉਹਨੂੰ ਗੁਰਸਿੱਖ ਨੂੰ ਮਾਰਤਾ, ਤਾਂ ਫਿਰ ਸਰਾਏ ਨਾਗੇ ਵਾਲੇ ਵੀ ਜਵਾਬ ਦੇ ਦਿਓ ਤੇ ਆਪਣਾ ਇਤਿਹਾਸ ਦੱਸ ਦਿਓ। ਗਿੱਲ ਸਾਹਿਬ, ਸਰਾਏ ਨਾਗੇ ਵਾਲੇ ਮਾਮਲੇ ਦੇ ਉੱਤੇ ਥੋੜਾ ਜਿਹਾ ਮੈਂ ਤੁਹਾਨੂੰ ਇੰਟਰਰਪਟ ਕਰਦਾ। ਇਹ ਮਾਮਲਾ ਸੀ, ਦੇਖੋ ਉੱਥੇ ਜੋ ਘਟਨਾਕ੍ਰਮ ਹੋਇਆ ਉਹਦੇ ਤੇ ਤਾਂ ਲੰਮਾ ਵਿਸਥਾਰ ਦੇਣਾ ਪਊਗਾ, ਪਰ ਉਸ ਮੌਕੇ ਦੇ ਉੱਤੇ ਜੇ ਐਸਐਸਪੀ ਕਿਸੇ ਨੂੰ ਮਾਰ ਦਿੰਦਾ ਹੈ ਤਾਂ ਉਹਦੇ ਤੇ ਕੋਈ ਇਨਵੈਸਟੀਗੇਸ਼ਨ ਤਾਂ ਹੁੰਦੀ ਹੋਊ। ਹਾਲਾਂਕਿ ਅਸੀਂ ਕਹਿ ਦਿੰਦੇ ਹਾਂ ਕਿ ਜੇਲ੍ਹਾਂ ਦੇ ਵਿੱਚੋਂ ਕੱਢ ਕੇ ਲੋਕ ਮਾਰਤੇ, ਝੂਠੇ ਮੁਕਾਬਲਿਆਂ ਦੇ ਵਿੱਚ ਮਾਰਤੇ, ਤੇ ਚਰਚਾ ਤਾਂ ਇਹ ਵੀ ਚੱਲਦੀ ਹੈ ਕਿ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਤਾਂ ਹੋਈ ਉੱਥੋਂ ਹੈ। ਉੱਥੋਂ ਨਹੀਂ ਸ਼ੁਰੂ ਹੋਈ, ਝੂਠੇ ਮੁਕਾਬਲੇ ਤਾਂ 1970 ਤੋਂ ਬਾਬਾ ਬੂਝਾ ਸਿੰਘ ਤੋਂ ਸ਼ੁਰੂ ਹੋਏ ਸੀ। ਮੈਂ ਅੱਗੇ ਵੀ ਜ਼ਿਕਰ ਕੀਤਾ, ਗਦਰੀ ਬਾਬਾ ਬਾਦਲ ਸਾਹਿਬ ਦੀ ਸਰਕਾਰ ਸੀ ਉਦੋਂ। ਹਾਂ, ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ। ਇਹਨਾਂ ਨੇ ਮੁੱਢ ਸਿਰਜਿਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਇਹ ਵੀ ਕਿਹਾ ਜਾਂਦਾ ਵੀ ਇੱਕ ਵਾਰੀ ਇਹਨਾਂ ਕੋਲੇ ਕੋਈ ਬੰਦੇ ਫਰਿਆਦ ਲੈ ਕੇ ਗਏ ਇਸ ਚੀਜ਼ ਵਿੱਚ, ਉਹਨਾਂ ਤੋਂ ਕਤਲ ਹੋ ਗਿਆ ਸੀ। ਉਹ ਕਤਲ ਦੇ 2 ਗਵਾਹ ਸੀ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕੋਲੇ ਗਏ, ਮੈਨੂੰ ਕਿਸੇ ਪੱਤਰਕਾਰ ਨੇ ਗੱਲ ਦੱਸੀ, ਹੁਣ ਮੈਨੂੰ ਯਾਦ ਨਹੀਂ, ਡਿਊਰਿੰਗ ਜਦੋਂ ਮੈਂ ਬਾਗੀ ਸੀਗਾ, ਪੁਲਿਸ ਤੋਂ ਵਾਂਟਡ ਸੀਗਾ, ਉਦੋਂ ਦੀ ਗੱਲ ਹੈ ਜੀ। ਉਹ ਕਹਿੰਦੇ ਵੀ ਬੰਦੇ ਗਏ, ਕਹਿੰਦੇ ਜੀ ਕਤਲ ਹੋ ਗਿਆ, ਆ ਗੱਲ ਆ। ਕਹਿੰਦੇ ਕਿੰਨੇ ਗਵਾਹ? ਕਹਿੰਦੇ 2 ਗਵਾਹ। ਕਹਿੰਦੇ ਪਹਿਲੇ ਗਵਾਹਾਂ ਨੂੰ ਸਾਂਭ ਲਓ। ਉਹ ਕਹਿੰਦੇ ਜੀ ਹੋਰ ਕੇਸ ਪਏ। ਕਹਿੰਦੇ ਉਹ ਕੇਸ ਤਾਂ ਬਾਅਦ ਚ ਦੇਖਾਂਗੇ, ਕਤਲ ਚੋਂ ਤਾਂ ਬਰੀ ਹੋ ਜਾਓਗੇ। ਜਿਹੜੇ ਬੰਦਿਆਂ ਦੀ ਆਹ ਥਾਟ ਆ, ਜਿਨ੍ਹਾਂ ਤੇ ਇਹ ਦੋਸ਼ ਲੱਗਦੇ ਨੇ ਕਿ ਇਹਨਾਂ ਦੇ ਚੀਫ ਮਿਨਿਸਟਰ ਦੇ ਦੌਰ ਵੇਲੇ ਪੰਜਾਬ ਵਿੱਚ ਪੁਲਿਸ ਮੁਕਾਬਲੇ ਸ਼ੁਰੂ ਹੋਏ, ਸ਼ੁਰੂ ਵੀ ਕਿਹਦੇ ਤੋਂ ਹੋਏ? ਇੱਕ ਗਦਰੀ ਬਾਬੇ ਦੇ ਕਤਲ ਤੋਂ। ਇੱਕ ਗਦਰੀ ਬਾਬਾ ਦਰਖਤ ਨਾਲ ਬੰਨ੍ਹ ਕੇ ਬਾਬਾ ਬੂਝਾ ਸਿੰਘ ਮਾਰਤਾ। ਉਹਦੀ ਪਿਰਤ ਹੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਅੱਗੇ ਚਲਾਈ ਆ ਐਜ਼ ਐਸਐਸਪੀ। ਇਹਨਾਂ ਦੀਆਂ ਕੀ ਮਜਬੂਰੀਆਂ ਸੀ, ਕੀ ਕਾਰਨ ਸੀ, ਪਰ ਉਹ ਕਦੀ ਜੁਡੀਸ਼ੀਅਲ ਇਨਕੁਆਇਰੀ ਦਾ ਪੱਖ ਨਹੀਂ ਬਣੇ। ਸਰਦਾਰ ਗੁਰਤੇਜ ਸਿੰਘ ਉਦੋਂ ਡਿਪਟੀ ਹੋਮ ਸੈਕਟਰੀ ਸੀ ਪੰਜਾਬ 'ਚ, ਆਈਐਸ, ਜਿਨ੍ਹਾਂ ਨੇ ਬਾਅਦ 'ਚ ਰਿਜ਼ਾਈਨ ਕੀਤਾ। ਉਹ ਬੜੇ ਦਾਅਵੇ ਨਾਲ ਕਹਿ ਰਹੇ ਆ ਕਿ ਮੈਂ ਸਿਮਰਨਜੀਤ ਮਾਨ ਨੂੰ ਪੁੱਛਿਆ ਵੀ ਕਿ ਮੇਰਾ ਕਲੀਗ ਸੀ ਵੀ ਤੂੰ ਆਹ ਕੀ ਕੀਤਾ? ਇਹ ਕਹਿੰਦਾ ਵੀ ਮੈਂ ਤਾਂ ਮਾਰੂੰਗਾ, ਵੀ ਮੈਂ ਤਾਂ ਜਰਨੈਲ ਹਾਂ, ਜੇ ਮੇਰੇ ਫੌਜੀਆਂ ਨੂੰ ਕੋਈ ਮਾਰੂ ਮੈਂ ਤਾਂ ਮਾਰੂੰਗਾ। ਇਹਦਾ ਮਤਲਬ ਵੀ ਕਾਨੂੰਨ ਕੋਈ ਮਾਇਨੇ ਨਹੀਂ ਰੱਖਦਾ। ਜਦ ਕਿ ਅਮੈਂਡਮੈਂਟਸ ਹੋਈਆਂ ਹੋਈਆਂ ਇੰਡੀਅਨ ਲਾਅ ਦੇ ਵਿੱਚ ਕਿ ਕੋਈ ਵੀ ਜਿਹੜੀ ਅਨਜਸਟੀਫਾਈਡ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਨੇ ਇਹ ਨਹੀਂ ਹੋਣੀਆਂ ਚਾਹੀਦੀਆਂ। ਪਰ ਦੁੱਖ ਨਾਲ ਕਹਿਣਾ ਪੈਂਦਾ ਕਿ ਪਿਛਲੇ 2 ਸਾਲਾਂ ਵਿੱਚ 200 ਤੋਂ ਵੀ ਉੱਤੇ 242 ਔਰ ਸਮਥਿੰਗ ਇੱਥੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋਈਆਂ ਨੇ। ਕਸਟੋਡੀਅਲ ਟਾਰਚਰ ਰਾਹੀਂ ਬੰਦੇ ਮਾਰੇ ਗਏ। ਇਹ ਪੰਜਾਬ ਦਾ ਨੰਬਰ ਆ, ਹਾਈਐਸਟ ਨੰਬਰ ਆ ਇੰਡੀਆ 'ਚ ਜੀ। ਵੈਸੇ ਨੰਬਰ ਵਾਈਜ਼ ਯੂਪੀ ਸਾਰਿਆਂ ਨਾਲੋਂ ਜ਼ਿਆਦਾ ਆ। ਇਹ ਆਪਣੇ ਪਿਛਲੇ 2 ਸਾਲਾਂ ਦਾ ਅੰਕੜਾ ਹੈਗਾ। ਹੁਣ ਵੀ ਜਿਵੇਂ ਇਹਨਾਂ ਦਾ ਐਨਕਾਊਂਟਰ ਹੋਇਆ ਪੁਲਿਸ ਦਾ,
ਇਹਨਾਂ ਨੂੰ ਐਨਕਾਊਂਟਰ ਨਹੀਂ ਸੀ ਕਰਨਾ ਚਾਹੀਦਾ, ਭਾਵੇਂ 2 ਦਿਨ ਲੱਗ ਜਾਂਦੇ, ਹਫ਼ਤਾ ਲੱਗ ਜਾਂਦਾ, ਇਹਨਾਂ ਨੂੰ ਬੰਦੇ ਜਿੰਦਾ ਫੜਨੇ ਚਾਹੀਦੇ ਸੀ, ਕਿਉਂਕਿ ਪੰਜਾਬ ਨੂੰ ਆਨਸਰ ਚਾਹੀਦੇ ਨੇ। ਜਿਵੇਂ ਸਾਨੂੰ ਸਾਡਾ ਗੁਰੂ ਗਲੀਆਂ 'ਚ ਰੁੜਿਆ, ਉਹਦੇ ਆਨਸਰ ਚਾਹੀਦੇ ਨੇ, ਉਹ ਸੀਕੁਐਂਸ ਆਫ ਈਵੈਂਟਸ ਚਾਹੀਦੀ ਆ। ਉਹ ਗੁਰੂ ਗ੍ਰੰਥ ਸਾਹਿਬ ਦੀ, ਬਾਬਾ ਜੀ ਦੀ ਬੀੜ ਬਾੜੇ ਖੱਟੜੇ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ। ਜਿਹੜੇ ਦਾਵਾ ਕਰਦੇ ਆ ਨਾ ਸਿੱਖੀ ਦਾ, ਉਹਨਾਂ ਨੂੰ ਇਹ ਦੱਸਣਾ ਪਊਗਾ। ਅਮਾਨ ਸਿੰਘ ਮਾਨ ਹੁਣੀ ਕੱਲ ਦੇ ਜਵਾਕ ਨੇ, ਨਾ ਬੇਲੋੜੇ ਵਿਵਾਦ ਛੇੜੋ ਪੰਜਾਬ 'ਚ, ਆਪਣੇ ਪੰਜਾਬ ਤੇ ਦਿੱਲੀ ਦਰਬਾਰ ਦਾ ਕਬਜ਼ਾ ਹੋਇਆ ਇਹਦੇ ਬਾਰੇ ਸੋਚੋ ਵੀ ਇਹ ਕਿਵੇਂ ਤੋੜਨਾ। ਜੀ ਗਿੱਲ ਸਾਹਿਬ, ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੈ, ਇਹਦੀ ਚਰਚਾ ਚੱਲ ਰਹੀ ਹੈ। ਹੁਣ ਤਾਂ ਸ਼੍ਰੋਮਣੀ ਕਮੇਟੀ ਨੇ ਨਵੀਂ ਬਿਰਤ ਪਾਤੀ, ਕਹਿੰਦੇ ਜੀ ਆਪਾਂ ਹੋਰਡਿੰਗ ਲਾ ਕੇ ਇੱਥੇ ਦੱਸਣਾ ਲੋਕਾਂ ਨੂੰ ਕਿ ਜਿਹੜੇ ਉੱਥੇ ਵਿਦਿਅਕ ਸੰਸਥਾਵਾਂ ਜਾਂ ਗੁਰੂ ਘਰ ਆ, ਉੱਥੇ ਆਉਂਦੇ ਹੋਏ ਲੋਕ ਆ, ਉਹਨਾਂ ਨੂੰ ਪਤਾ ਲੱਗੇ, ਨਵੀਂ ਪੀੜ੍ਹੀ ਨੂੰ ਪਤਾ ਲੱਗੇ। ਸਵਾਲ ਇੱਕ ਨਾਲ ਚੱਲ ਪਿਆ ਜੀ, ਸ਼੍ਰੋਮਣੀ ਅਕਾਲੀ ਦਲ ਨੇ ਇਹਦੇ ਵਾਸਤੇ ਕੀ ਕੀਤਾ? ਕਹਿੰਦੇ ਉਹ ਵੀ ਨਾਲ ਦੱਸ ਦਿਓ। ਅੱਗੇ ਗੱਲ ਆ ਜਾਂਦੀ ਹੈ ਰਵਨੀਤ ਬਿੱਟੂ ਹੋਰਾਂ ਦੇ ਬਿਆਨ ਦੀ। ਉਹ ਕਹਿੰਦੇ ਜੀ ਮੈਂ ਕਿਸੇ ਵੀ ਬੰਦੀ ਸਿੰਘ ਨੂੰ ਰਿਹਾ ਨਹੀਂ ਹੋਣ ਦੇਵਾਂਗਾ। ਉਹਦੇ ਤੇ ਉਹਨਾਂ ਨੇ ਜਿਹੜਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲ ਨੂੰ ਬਿਆਨ ਕੀਤਾ ਕਿ ਜੇ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਇਸ ਤਰ੍ਹਾਂ ਬੰਬ ਧਮਾਕੇ 'ਚ ਮਾਰਿਆ ਜਾਵੇ ਤੇ ਫਿਰ ਤੁਸੀਂ ਕੀ ਸੋਚੋਗੇ? ਸੋ ਇਹ ਬਿਆਨ ਜਿਹੜੇ ਇਹੋ ਜਿਹੇ ਮੌਕੇ ਦੇ ਉੱਤੇ ਆ ਰਹੇ ਆ, ਗੱਲਾਂ ਕਿਹੜੀਆਂ ਸਪਸ਼ਟ ਕਰਨੀਆਂ ਚਾਹੁੰਦੇ ਨੇ? ਕਹਿੰਦੇ ਆ ਨਾ ਸਕਨਾ, ਬਹੁਤ ਉਲਝਣ ਹੈ, बहुत उलझन है। मिले रंगों को जुदा कैसे करें, भी इन्ने रंग मिल गए, समझ नहीं आती भी केड़ा की कह रहा, क्योंकि कन्फ्यूजन क्रिएट की गई। जिवें झुंदा कमेटी ने रिपोर्ट तो दी सी लीडरशिप बदलने की, रिपोर्ट किनू दित्ती, जिन्हों बदलना सी उन्होंने खुद मुख्तियारी दे दी। ये तो हैगी साडी सिख राजनीति की तस्वीर। ये लै रहे आ झूठे सहारे, फोके बोर्डां राहीं। ਐ ਬੋਰਡ ਲੱਗਿਆ ਜੇ ਰਿਹਾ ਹੋ ਜਾਂਦੇ ਤਾਂ ਸਾਰੇ ਵੈਸਟਰਨ ਵਰਲਡ ਵਿੱਚ ਸਾਰੇ ਗੁਰਦੁਆਰਿਆਂ ਦੀਆਂ ਕੰਧਾਂ ਭਰੀਆਂ ਪਈਆਂ ਤਸਵੀਰਾਂ ਜੀ, ਉਹ ਯਾਦ ਤਾਂ ਕੀਤੇ ਜਾ ਸਕਦੇ ਆ, ਪਰ ਰਿਹਾਈ ਦੀ ਉਪਰਾਲੇ ਕਰਨ ਲਈ ਤਾਂ ਉਹ ਰਾਹ ਇਖਤਿਆਰ ਕਰਨੇ ਪੈਣਗੇ। ਜੇ ਹੋਰ ਨਹੀਂ ਕੁਝ ਹੋ ਸਕਦਾ, ਭਗਵੰਤ ਮਾਨ ਨੂੰ ਬਾਰ-ਬਾਰ ਪਟੀਸ਼ਨ ਕਰੋ, ਲੈਟਰ ਰਾਈਟਿੰਗ ਕਰੋ। ਇੱਕ ਜਿਹੜਾ ਸਾਡਾ ਜਾਗਰਤ ਸਮਾਜ ਆ ਉਹਨੂੰ ਉੱਠਣਾ ਪਊਗਾ, ਲੈਟਰ ਰਾਈਟਿੰਗਸ ਕਰਨ, ਵੈਸਟਰਨ ਵਰਲਡ ਚੋਂ ਵੀ ਕਰਨ, ਉਹਨੂੰ ਪਬਲਿਸਾਈਜ਼ ਕਰਨ। ਉਸ ਚੀਜ਼ ਤੇ ਭਗਵੰਤ ਮਾਨ ਨੂੰ ਕੇਂਦਰਿਤ ਕਰ ਐਸ ਚੀਫ ਮਿਨਿਸਟਰ ਪੰਜਾਬ, ਕਿ ਤੂੰ ਸਾਡੇ ਪੰਜਾਬ ਦੇ ਜਿਹੜੇ ਸਿੱਖ ਬੰਦੀ ਨੇ ਉਹਨਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ, ਉਹਨਾਂ ਬਾਰੇ ਕੁਝ ਸਮਝੋ। ਪਰ ਇੱਥੇ ਗੱਲ ਇਹ ਆ, ਬਾਤ ਨਾ ਆਏ ਸਮਝ ਵਿੱਚ ਕਿ ਅਸਲ ਹਕੀਕਤ ਕੀ ਹੈ, ਕਿ ਇਹਦੇ ਮਗਰ ਇਹਨਾਂ ਦਾ ਮਕਸਦ ਕੀ ਹੈ। ਇਹ ਲੋਕੀ ਇੱਥੇ ਕਨਫਿਊਜ਼ਡ, ਕਿਉਂਕਿ ਹੁਣ ਪੰਜਾਬ ਕੋਲੇ ਦੇਖੋ 6 ਬਿਊਰੋਕਰੈਟਸ ਦੀ ਕੱਲ ਲਿਸਟ ਆਈ ਆ, ਜਿਹੜੇ IAS ਆਫੀਸਰਸ ਉਹ ਪੰਜਾਬ ਵਿੱਚ ਰਹਿਣਾ ਨਹੀਂ ਚਾਹੁੰਦੇ। ਉਹ ਕਹਿੰਦੇ ਸਾਨੂੰ ਸਮਝ ਨਹੀਂ ਆਉਂਦਾ ਕਿ ਪਾਵਰ ਸੈਂਟਰ ਕੌਣ, ਜਿਹਦੇ ਕੋਲੇ ਨੋਟੀਫਿਕੇਸ਼ਨ ਹਜੇ ਜਾਰੀ ਨਹੀਂ ਹੋਈ, ਉਹ ਪਾਵਰ ਆਫ ਸੈਂਟਰ ਬਣਿਆ ਹੋਇਆ। ਜਿਹੜਾ ਦਿੱਲੀ ਦਾ ਰਹਿਣ ਵਾਲਾ, ਜਿਹਨੂੰ ਪੰਜਾਬ ਦੇ ਦਰਿਆਵਾਂ ਦਾ ਨਾਂ ਨਹੀਂ ਪਤਾ, ਉਹ ਸਾਡੇ ਤੇ ਰਾਜ ਕਰ ਰਹੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਡੈਮ ਖੋਲੇ ਆ ਕੇ 30 ਤਰੀਕ ਨੂੰ ਅਮਿਤ ਸ਼ਾਹ ਐਸ ਹੋਮ ਮਿਨਿਸਟਰ ਨੇ ਸਾਡੇ ਚੰਡੀਗੜ੍ਹ ਤੇ ਪਤਾ ਨਹੀਂ ਨਵਾਂ ਕੀ ਐਲਾਨ ਕਰ ਦੇਣਾ ਕਿ ਸਾਡੀ ਜ਼ਮੀਨ ਖੁੱਸ ਜਾਣੀ ਹੈ, ਕਿ ਸਾਡੀ ਜ਼ਮੀਰ ਮਰ ਗਈ ਪੰਜਾਬੀਆਂ ਦੀ। ਆਪਾਂ ਮੁੱਦੇ ਕਿਹੜੇ ਉਠਾ ਰਹੇ ਸੀ? ਭਗਤ ਸਿੰਘ ਕਿੱਥੋਂ ਮੁੱਦਾ ਬਣ ਗਿਆ? ਆਪਾਂ ਭੁੱਲ ਗਏ ਕਰਤਾਰ ਸਿੰਘ ਸਰਾਭੇ ਸ਼ਹੀਦ ਹੋਣਾ ਨੂੰ। ਉਹਦੇ ਵਿਚਾਰੇ ਦੀ ਪਿੰਡ ਦੀਆਂ ਸੜਕਾਂ ਟੁੱਟੀਆਂ ਪਈਆਂ, ਉਹ ਜ਼ੋਰ ਲਾ ਹਟ ਗਏ ਲੋਕ ਪਿੰਡ ਵਾਲੇ ਕਿ ਘੱਟੋ ਘੱਟ ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਪਿੰਡ ਵਾਲੀ ਸੜਕ ਤਾਂ ਪੱਕੀ ਕਰ ਦਿਓ। ਸੁਖਦੇਵ ਦਾ ਟੱਬਰ, ਸੁਖਦੇਵ ਥਾਪਰ ਦਾ, ਜਿਹੜਾ ਕਿ ਰਾਜਗੁਰੂ ਸੁਖਦੇਵ ਸ਼ਹੀਦ ਭਗਤ ਸਿੰਘ ਨਾਲ ਜਾਣਿਆ ਜਾਂਦਾ, ਉਹਨਾਂ ਦੇ ਘਰ ਦੀ ਹਾਲਤ ਦੇ ਕਈ ਸਰਕਾਰਾਂ ਲੰਘੀਆਂ, ਇੱਥੇ ਉੱਥੇ ਹੀ ਖੜੇ ਆ ਪੱਤਰੇ। ਸਾਨੂੰ ਬੁੱਤ ਨਹੀਂ ਚਾਹੀਦੇ, ਸਾਨੂੰ ਅਪੀਅਰੈਂਸ ਵਾਲੇ ਸਿੰਬਲ ਨਹੀਂ ਚਾਹੀਦੇ, ਸਾਨੂੰ ਹਕੀਕਤ ਚਾਹੀਦੀ ਆ। ਜਦੋਂ ਭਗਤ ਸਿੰਘ ਦਾ ਪਰਿਵਾਰ ਚੀਫ ਮਿਨਿਸਟਰ ਭਗਵੰਤ ਮਾਨ ਦੇ ਦਰ ਤੇ ਆਇਆ ਸੀ, ਇਹਨਾਂ ਨੇ ਉਹਨਾਂ ਦੇ ਦੁੱਖ ਸੁਣਨ ਤੋਂ ਬਜਾਏ ਉਹ ਇਨਸਾਫ ਮੰਗ ਰਹੇ ਨੇ। ਅੱਜ ਵੀ ਪੰਜਾਬ ਦੀਆਂ ਮਾਵਾਂ ਜਿਨ੍ਹਾਂ ਦੇ 4 ਪੁੱਤ ਚਲੇ ਗਏ, 2 ਧੀਆਂ ਚਲੀਆਂ ਗਈਆਂ 1990 'ਚ, ਉਹ ਬੈਠੀ ਵਿਚਾਰੀ ਗੁਰਜੀਤ ਕੌਰ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸੇਵਾ ਕਰ ਰਹੀ ਹੈ ਪਿਛਲੇ 30 ਸਾਲ। ਉੱਥੇ ਆਪਣਾ ਦੁੱਖ ਬੈਠਾ, ਕਿਸੇ ਨੂੰ ਬੀਬੀ ਗੁਰਜੀਤ ਕੌਰ ਦੀਂਦੀ ਨਹੀਂ, ਸਹੀ ਕਿਸੇ ਨੂੰ ਉਹ ਬੀਬੀ ਨਹੀਂ ਦੀਂਦੀ ਜਿਹਦੇ ਕਿ ਘਰ ਵਾਲੇ ਨੂੰ ਚੱਕ ਕੇ ਲੈ ਗਈ ਸੀ ਪੁਲਿਸ। AIG ਰਾਜਕੁਮਾਰ ਜਾਂ ਹੋਰ ਕਿੰਨੀ ਸਜ਼ਾ ਹੋਈ IG ਬਲਕਾਰ ਸਿੰਘ ਨੂੰ? 3 ਸਾਲ, ਡਿਸਪਾਈਟ ਬੀਇੰਗ ਪ੍ਰੂਵਨ ਗਿਲਟੀ। ਇੱਥੇ ਮਤਲਬ ਕਿ ਜੇ ਹੱਥ ਪਾਉਣਾ, ਪੰਜਾਬ ਦਾ ਜਿਹੜਾ ਰੋਮ ਆ ਉਹ ਰਿਸਿਆ ਪਿਆ। ਉਹ ਵਿਚਾਰਾ ਹਕੀਕਤ ਭਾਲਦਾ ਵੀ ਹੁਣ ਸਾਨੂੰ ਹਕੀਕਤ ਦੱਸ ਦਿਓ। ਜੇ ਤੁਸੀਂ ਜਾ ਕੇ
ਹੈਲੀਕਾਪਟਰਾਂ ਤੇ ਜਾ ਕੇ ਹੀ ਲੋਕਾਂ ਦੇ ਦੁੱਖ ਦੇਖਣੇ ਆ, ਤਾਂ ਫਿਰ ਜਿਹੜੀਆਂ ਪੁਰਾਣੀਆਂ ਰਵਾਇਤੀ ਸਰਕਾਰਾਂ ਸੀ ਤੇ ਜਿਨ੍ਹਾਂ ਨੂੰ ਆਪਣੇ ਸਮਝ ਕੇ ਚੁਣਿਆ ਸੀ, ਉਹ ਸੰਗਰੂਰ ਦੀ ਬਾਈ ਇਲੈਕਸ਼ਨ ਦਾ ਰਿਜ਼ਲਟ ਪੜ੍ਹ ਲਓ। ਇਹ ਕੋਈ ਬਹੁਤੀ ਦੂਰ ਸਮਾਂ ਨਹੀਂ ਹੈਗਾ, ਵਕਤ ਬਦਲਦੇ ਰਹਿੰਦੇ। ਉਹ ਕਹਿੰਦੇ ਆ ਨਾ भी दिल की बर्बादी के आसार अभी बाकी है, कुछ सिसकता दरो दवार भी बाकी है। इत्थे पंजाब दीयां सिसकियां दे विच दर्द बहुत आ, दर्द वड्डे वड्डे ਐਲਕਾਰਾਂ ਨੂੰ ਪਿਘਲਾ ਦਿੰਦਾ। ਜਿਵੇਂ ਹੁਣ ਪ੍ਰਤਾਪ ਬਾਜਵੇ ਨਹੀਂ ਬੋਲਦੇ ਆ ਨਾ ਕਿ ਹੰਝੂਆਂ ਲਈ ਸਾਡਾ ਵਿਧਾਨ ਸਭਾ ਦਾ ਸੈਸ਼ਨ ਬੁਲਾਓ, ਉਹ 84 ਦਾ ਜਵਾਬ ਦੇ ਦਿਓ, ਪਹਿਲੇ ਉਹ ਸਿਸਕੀਆਂ ਦਾ ਜਵਾਬ ਦੇ ਦਿਓ, ਜਿਹੜੀਆਂ ਸਿਸਕੀਆਂ ਜਿਹੜੀਆਂ ਲਾਸ਼ਾਂ ਦੇ ਉੱਤੇ ਬਹਿ ਕੇ ਤੁਸੀਂ ਰਾਜ ਕੀਤੇ ਨੇ, ਉਹਦਾ ਜਵਾਬ ਦੇ ਦਿਓ। वतन के नाम पे जो हुए हैं बेवतन, उन्हीं की आह बेअसर, उन्हीं की लाश बेकफन। पर उन्होंने सिवियां दे उत्ते सियासत करनी जानते हैं साडे सियासतदान। ਗਿੱਲ ਸਾਹਿਬ, ਇੱਕ ਹੋਰ ਸਵਾਲ ਹੈ, ਉਹ ਹੈ ਸ਼੍ਰੋਮਣੀ ਅਕਾਲੀ ਦਲ ਦਾ ਢਾਂਚਾ ਭੰਗ। ਇਹਨੂੰ ਕਿਵੇਂ ਦੇਖਦੇ ਹੋ? ਮੇਰਾ ਖਿਆਲ ਤਾਂ ਵੀ ਬਹੁਤ ਪੇਨਫੁਲ ਕਿ ਇੰਨੇ ਜਿੱਲਤ ਤੋਂ ਬਾਅਦ ਹਜੇ ਤੱਕ ਸ਼੍ਰੋਮਣੀ ਅਕਾਲੀ ਦਲ ਆਪਣਾ ਇਤਿਹਾਸ ਨਹੀਂ ਸਿਰ ਸਕਿਆ। ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ, ਇਹਨਾਂ ਦਾ ਇਤਿਹਾਸ 1920 ਤੋਂ ਸ਼ੁਰੂ ਹੁੰਦਾ। ਇਹਨਾਂ ਨੇ ਸਾਡਾ ਸਿੱਖ ਰਾਜ ਦੇ ਸੰਕਲਪ ਨੂੰ, ਜਿਹਦੇ ਇਹਨਾਂ ਦੇ ਬਰਾਬਰ 1906 'ਚ ਮੁਸਲਿਮ ਲੀਗ ਬਣੀ ਆ, 1882 'ਚ ਇੰਡੀਅਨ ਨੈਸ਼ਨਲ ਕਾਂਗਰਸ ਬਣੀ, ਉਹ ਇੱਕ ਪੋਲੀਟੀਕਲ ਆਦੇਸ਼ ਲੈ ਕੇ ਬਣੇ ਸੀ। ਇਹ ਕੀ ਆਦੇਸ਼ ਲੈ ਕੇ ਬਣੇ ਸੀ? ਗੋਲਕਾਂ ਤੇ ਕਬਜ਼ਾ ਕਰਨਾ, ਜਿਹੜਾ ਕਿ ਹਜੇ ਤੱਕ ਚੱਲ ਰਿਹਾ। ਜੇ ਇਹਨਾਂ ਦੀ ਕੋਈ ਰੈਲੀ ਹੁੰਦੀ ਆ ਤਾਂ ਇਹ SGPC ਦੇ EMPLOYEES ਬੁਲਾਉਂਦੇ ਨੇ, ਕਿਉਂਕਿ ਇਹਨਾਂ ਦਾ ਜਲੂਸ ਮੈਂ ਮੱਤੇ ਵਾਲੇ ਦੇਖ ਚੁੱਕਿਆ ਕਿ ਕਿਵੇਂ ਲੋਕਾਂ ਇਹਨਾਂ ਦਾ ਚਿਹਰਾ ਨਹੀਂ ਦੇਖਣਾ ਚਾਹੁੰਦੇ। ਇਹ ਕਹਿੰਦੇ ਸਾਡਾ ਵਜੂਦ ਹੈ, ਕਾਇਮ ਰਹੂਗਾ। ਇੱਕ ਵਾਰੀ ਪ੍ਰਧਾਨ ਸਾਹਿਬ ਸੁਖਬੀਰ ਬਾਦਲ ਨੂੰ ਆ ਕੇ ਪਬਲਿਕ 'ਚ ਵਿਦਆਊਟ ਸਿਕਿਉਰਿਟੀ ਆ ਕੇ ਦੇਖ ਲਓ, ਦੇਖੋ ਕਿੰਨਾ ਤੁਹਾਡਾ ਸਤਿਕਾਰ ਹੁੰਦਾ। ਤੁਹਾਡਾ ਆਪ ਦਾ MLA ਕਹਿ ਰਿਹਾ ਕਿ ਤੁਸੀਂ ਜਦੋਂ BJP ਦੀ ਕੈਂਡੀਡੇਟ ਨੂੰ ਸਪੋਰਟ ਕਰਨਾ ਸੀ, ਉਦੋਂ ਸੋਚ ਲੈਂਦੇ ਤੁਹਾਡੇ 5 ਵੋਟਾਂ ਨਾਲ ਫਰਕ ਨਹੀਂ ਕੋਈ ਪੈਣਾ ਉਹਨਾਂ ਨੂੰ। ਹੁਣ ਤੁਸੀਂ ਕਹਿੰਦੇ ਨਾ ਕਿ BJP ਨੇ ਸਾਡੇ ਪੈਰਲਲ ਅਕਾਲੀ ਦਲ ਖੜਾ ਕਰਤਾ ਦਿੱਲੀ 'ਚ। ਤੁਸੀਂ 1967 ਦੇ ਜਨਸੰਘ ਤੋਂ ਲੈ ਕੇ ਭਾਰਤੀ ਜਨਤਾ ਪਾਰਟੀ ਤੱਕ ਇਹਨਾਂ ਨਾਲ ਰਲ ਕੇ ਰਾਜ ਕਰਦੇ ਆਏ ਆ। ਉਹਨਾਂ ਨਾਲ ਤੁਸੀਂ ਦੋਸਤੀਆਂ ਪਾਈਆਂ, ਜਿਨ੍ਹਾਂ ਨੇ ਪੰਜਾਬੀ ਸੂਬੇ ਦੇ ਖਿਲਾਫ ਭੁਗਤੇ, ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਮੰਨਣ ਤੋਂ ਇਨਕਾਰ ਕਰਤਾ। ਉਹਨਾਂ ਬੰਦਿਆਂ ਨੂੰ ਤੁਸੀਂ ਮਤਲਬ ਕਿ ਆਪਣੀ ਵਜ਼ਾਰਤ 'ਚ ਲਿਆ। ਉਹ ਲక్ష్ਮੀ ਕਾਂਤ ਚਾਵਲਾ ਵਰਗੀ ਨੂੰ ਆਪਣੀ ਵਜ਼ਾਰਤ ਲਿਆ, ਜਿਹੜੀ ਆਪਣੀ 100ਵੀਂ ਹਿੰਦੀ ਚੱਕਦੀ ਪੰਜਾਬ ਦੀ ਮਿਨਿਸਟਰ ਹੋਊਗੀ। ਇਹ ਜਵਾਬ ਦੇਣੇ ਪੈਣਗੇ। ਇਹਨਾਂ ਨੂੰ ਦੱਸਣਾ ਪਊ ਕਿ ਬੀਬੀ ਗੁਰਜੀਤ ਕੌਰ ਜਿਹੜੀ ਵਿਚਾਰੀ ਪ੍ਰਕਰਮਾਂ 'ਚ ਬੈਠੀ ਆ ਦਹਾਕਿਆਂ ਤੋਂ, ਉਹਦੇ 4 ਪੁੱਤਾਂ ਦਾ, ਉਹਦੇ 2 ਧੀਆਂ ਦਾ ਜਵਾਬ ਦੇਣਾ ਪਊਗਾ। ਫੇਰ ਅਕਾਲੀ ਦਲ ਸਿਰਜਿਆ ਜਾਊਗਾ। ਅਕਾਲੀ ਦਲ ਨੂੰ ਇਹ ਹੈ ਨਾ ਬਾਈਬਲ ਕਲਾਂ ਦਾ, ਉਹਨਾਂ ਨੂੰ ਬੇਅਦਬੀ ਦਾ, ਸਾਡੇ ਗੁਰੂ ਗ੍ਰੰਥ ਸਾਹਿਬ ਦੇ ਜੋ ਪੰਨੇ ਉਜੜੇ, ਕਿਹਨੇ ਗੁਰਦੇਵ ਸਿੰਘ ਪ੍ਰੇਮੀ ਨੂੰ ਪੁਲਿਸ 'ਚੋਂ ਕਢਵਾਇਆ, ਕਿਹਨੇ ਛਡਵਾਇਆ, ਕਿਹਨੇ ਉਹਦੀ ਘਰ ਵਾਲੀ ਨੂੰ ਪੰਜਾਬ ਪੁਲਿਸ ਨੌਕਰੀ ਦਿੱਤੀ, ਕਾਹਦੇ ਬਾਰੇ ਨੌਕਰੀ ਦਿੱਤੀ? ਸਾਡੇ ਤਾਂ ਕਿਸੇ ਸ਼ਹੀਦ ਨੂੰ ਨੌਕਰੀ ਦਿੱਤੀ ਨਹੀਂ ਤੁਸੀਂ। ਉਹਦਾ ਜਵਾਬ ਦੇਣਾ ਪਊਗਾ। ਉਹ ਬਾਬਾ ਜੀ ਦੀ ਬੀੜ ਕਿੱਥੇ ਆ? ਤੁਹਾਡੀ ਹਕੂਮਤ ਵੇਲੇ ਉਹ ਬੀੜ ਜੇ ਉਹ ਲੱਭੀ ਤਾਂ ਉਸ ਤੋਂ ਬਾਅਦ ਉਹ ਗਈ ਕਿੱਥੇ? ਤੁਹਾਡੇ ਪੰਜਾਬ ਪੁਲਿਸ ਦੇ ਸੀਨੀਅਰ ਇੰਸਪੈਕਟਰਸ ਨੂੰ, ਸਤਪਾਲ ਸਿੰਘ ਗਿੱਲ ਵਰਗੇ ਨੂੰ, ਮੇਰੇ ਪਿੰਡ ਦਾ ਹੈਗਾ ਉਹ, ਉਹਨਾਂ ਨੂੰ ਰਿਜ਼ਾਈਨ ਕਿਉਂ ਕਰਨਾ ਪਿਆ? ਜਦੋਂ ਤੁਸੀਂ ਜਸਟਿਸ ਜੋਰਾ ਸਿੰਘ ਦੀ ਕਮੇਟੀ ਬਣਾਈ, ਉਹ ਜਸਟਿਸ ਜੋਰਾ ਸਿੰਘ ਦੀ ਕਮੇਟੀ ਅੱਗੇ ਸਤਪਾਲ ਸਿੰਘ ਗਿੱਲ ਉਹਨਾਂ ਨੂੰ ਪੇਸ਼ ਨਹੀਂ ਹੋਣ ਦਿੱਤਾ ਗਿਆ, ਜਦਕਿ ਉਹ ਇਨਵੈਸਟੀਗੇਟਿੰਗ ਆਫੀਸਰ ਸੀ। ਉਹਨਾਂ ਨੇ ਰੋਸ, ਜਦੋਂ ਜਸਟਿਸ ਰਣਜੀਤ ਸਿੰਘ ਦੀ ਕਮੇਟੀ ਬਣੀ, ਉਦੋਂ ਵੀ ਨਹੀਂ ਉਹਨਾਂ ਨੂੰ ਪੇਸ਼ ਹੋਣ ਦਿੱਤਾ ਗਿਆ। ਉਸ ਤੋਂ ਬਾਅਦ ਉਹਨੇ ਰਿਜ਼ਾਈਨ ਕਰਤਾ। 27 ਸਾਲ ਦੀ ਉਹਦੀ ਪੰਜਾਬ ਪੁਲਿਸ ਦੀ ਸਰਵਿਸ ਆ। ਇਹ ਚਰਨਜੀਤ ਸ਼ਰਮੇ ਉਹਨਾਂ ਨੂੰ ਵੀ ਪੁੱਛਣਾ ਪਊਗਾ ਕਿ ਉਹਨਾਂ ਨੇ ਐਜ਼ SSP ਕਿੱਥੋਂ ਤੱਕ ਉਹਨਾਂ ਦੀ ਇਨਵੈਸਟੀਗੇਸ਼ਨ ਗਈ। ਉਹਨੂੰ SSP ਵਜੋਂ ਉਹਨੇ 25 ਪਿੰਡ ਜੇ ਉੱਥੇ ਚੈਕਿੰਗ ਕੀਤੀ ਸੀ ਤਾਂ ਉਹਨੂੰ ਕੀ ਲੱਭਿਆ? ਉਹਨੂੰ ਮੋਗੇ ਬਦਲਿਆ ਕਿਉਂ ਗਿਆ? ਮੇਰੇ ਸਾਹਮਣੇ ਦੀ ਗੱਲ ਆ, ਅਸੀਂ ਬਾਜੇ ਖਾਣੇ ਬੈਠੇ ਸੀ, ਨਾਲ ਮੇਰੇ ਸੁਖਬੀਰ ਬਾਦਲ ਬੈਠਾ ਸੀ, ਉੱਥੇ SSP ਬੈਠਾ ਸੀ ਫਰੀਦਕੋਟ ਦਾ। ਮੇਰੇ ਸਾਹਮਣੇ ਸੁਖਬੀਰ ਨੇ ਉਹਨੂੰ ਪੁੱਛਿਆ ਵੀ ਕੀ ਬਣਿਆ ਇਨਵੈਸਟੀਗੇਸ਼ਨ ਦਾ, ਕਿਉਂਕਿ ਉਦੋਂ ਹੌਟ ਟੌਪਿਕਸ, ਇਹ 2016 ਦੀ ਗੱਲ ਆ। ਉਹ ਮੈਂ ਹੈਰਾਨ ਰਹਿ ਗਿਆ। ਉਹ SSP ਦਾ ਜਵਾਬ ਸੀ, ਕਹਿੰਦਾ ਜੀ ਮਿੱਟੀ ਉੜਦੀ ਆ, ਮਿੱਟੀ 'ਚ ਕੀ ਲੱਭੀ? ਇਸ ਤਰ੍ਹਾਂ ਦਾ ਨਿਜ਼ਾਮ ਜਿਸ ਸ਼੍ਰੋਮਣੀ ਅਕਾਲੀ ਦਲ ਨੇ ਸਿਰਜਿਆ ਹੋਇਆ, ਉਹਨਾਂ ਨੂੰ ਹੁਣ ਰੀਆਰਗਨਾਈਜੇਸ਼ਨ ਚਾਹੀਦੀ, ਉਹਨਾਂ ਨੂੰ ਟੋਟਲ ਰੀਇਨਵੈਂਸ਼ਨ ਚਾਹੀਦੀ ਆ। ਤੇ 1920 ਤੇ ਜਾਣਾ ਪਊਗਾ ਕਿ ਸਾਡੇ ਤੋਂ ਗਲਤੀ ਹੋਈ ਆ,
ਸਾਡਾ ਰੁਖ ਜਿਹੜਾ ਗੋਲਕਾਂ ਵੱਲ ਮੁੜਿਆ ਸੀ ਉਹਨੂੰ ਸਿੱਖ ਰਾਜ ਦੇ ਸੰਕਲਪ ਵੱਲ ਮੋੜੋ। ਉਦੋਂ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਸਿੱਖ ਬਹੁਤ ਘੱਟ ਗਿਣਤੀ ਸੀ, 1,20,000 ਟੋਟਲ ਵਸੋਂ ਸੀ ਸਿੱਖ ਰਾਜ ਦੀ, ਉਹਦੇ ਚ ਸਿੱਖ ਸਿਰਫ ਮੇਅਰ 7 ਲੱਖ ਸੀ, 7.25 ਲੱਖ। ਸਿੱਖ ਰਾਜ ਕਰਨਾ ਜਾਣਦੇ ਆ, ਪਰ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗਾ ਰਾਜ ਨਹੀਂ ਭਾਲਦੇ। ਇਹ ਕਹਿੰਦੇ ਆ ਨਾ ਭੁੰਦੜ ਸਾਹਿਬ ਹੁਣ ਕਿ ਅਸੀਂ ਬੜੀਆਂ ਕੁਰਬਾਨੀਆਂ ਕੀਤੀਆਂ, ਤੁਸੀਂ ਸਾਨੂੰ ਬੇਲੋੜਾ 1975 ਵਿੱਚ ਐਮਰਜੈਂਸੀ ਦੀ ਜੰਗ ਵਿੱਚ ਪਾਇਆ, ਸਿੱਖਾਂ ਨੂੰ, ਸਿੱਖ ਕੌਮ ਦੀ ਦੁਸ਼ਮਣੀ ਵਧਾਈ। ਇੰਦਰਾ ਗਾਂਧੀ ਨਾਲ ਉਹ ਦੁਸ਼ਮਣੀ ਦਾ ਖਮਿਆਜਾ ਕਿਹਨੇ ਭੁਗਤਿਆ? ਸਾਡੀ ਨੌਜਵਾਨੀ ਨੇ। ਸਾਡਾ ਦਰਬਾਰ ਸਾਹਿਬ ਢਾਇਆ ਇਹਨਾਂ ਦੇ। ਹੁਣ ਜਦੋਂ ਤੁਸੀਂ ਭਾਈਵਾਲ ਰਹੇ ਭਾਰਤੀ ਜਨਤਾ ਪਾਰਟੀ ਦੇ, 2014 ਤੁਹਾਡੇ ਘਰ ਦੀ ਮਿਨਿਸਟਰ ਰਹੀ, ਹੁਣ ਤੁਹਾਨੂੰ ਅਨਡਿਕਲੇਅਰਡ ਐਮਰਜੈਂਸੀ ਦਿਖ ਨਹੀਂ ਰਹੀ? ਸਿਵਲ ਰਾਈਟਸ ਖਤਮ ਹੋ ਰਹੇ ਨੇ। ਸਿਵਲ ਐਕਟਿਵਿਸਟ, ਨੋਨ ਰਾਈਟਰਸ, ਡਾਕਟਰ BR ਅੰਬੇਦਕਰ ਦੇ ਰਿਸ਼ਤੇਦਾਰ ਕਲੋਜ਼, ਉਹ ਵਿਚਾਰੇ ਸਾਲਾਂ ਬੱਧੀ ਜੇਲ੍ਹਾਂ 'ਚ ਬੈਠੇ ਨੇ। ਕਿਉਂ ਬੈਠੇ ਨੇ? ਕਿਉਂਕਿ ਆਵਾਜ਼ ਕਰਕੇ। ਮੁਹੰਮਦ ਜਬੀਰ ਵਰਗਿਆਂ ਨੂੰ ਇਹਨਾਂ ਨੇ, ਜਰਨਲਿਸਟਾਂ ਨੂੰ ਰੋਲਿਆ ਇਹ ਸਰਕਾਰ ਨੇ। ਉਹਦੇ ਬਾਰੇ ਖੁੱਡੇ ਨਹੀਂ। ਇਹਨਾਂ ਨੇ ਅੱਖਾਂ ਮੀਚ ਕੇ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ 'ਚ ਪਾਰਟਿਸਿਪੇਸ਼ਨ ਕਰ ਲਈ। ਉਦੋਂ ਨਹੀਂ ਇਹਨਾਂ ਨੂੰ ਬੰਦੀ ਸਿੰਘ ਯਾਦ ਆਏ ਵੀ ਪਹਿਲੇ ਜਦੋਂ JP ਨੱਡਾ ਦਾ ਫੋਨ ਆਇਆ, ਉਹਨੂੰ ਕਹਿੰਦੇ ਵੀ ਭਾਈ ਸਾਡੇ ਆਹ ਗ੍ਰੀਵੈਂਸਿਸ ਨੇ, ਇਹਨਾਂ ਬਾਰੇ ਸਾਡੇ ਨਾਲ ਗੱਲ ਕਰ ਲਓ। ਫੇਰ ਜਾਂਦੇ ਅਰਵਿੰਦ ਕੇਜਰੀਵਾਲ ਦੇ ਦਵਾਰ ਤੇ। ਜੇ ਹੁਣ ਜਥੇਦਾਰ ਅਕਾਲ ਤਖਤ ਸਾਹਿਬ ਬੋਲ ਰਿਹਾ ਨਾ ਕਿ ਸਾਡੀ ਗੂੰਜ ਜਿਹੜੀ ਆ ਉਹ ਸੁਣੀ ਨਹੀਂ ਜਾ ਰਹੀ, ਉਹਨਾਂ ਨੂੰ ਕਹੋ ਵੀ ਤੁਸੀਂ ਜਿਹੜੇ ਅਕਾਲ ਤਖਤ ਸਾਹਿਬ ਦੇ ਨਰਸਿੰਘੇ ਸੀ ਨਾ, ਜਿਹੜੇ ਆਨੰਦਪੁਰ ਸਾਹਿਬ ਦੇ ਰਣਜੀਤ ਨਗਾਰੇ ਸੀ, ਉਹਨਾਂ ਦੀ ਆਵਾਜ਼ ਮੱਧਮ ਕਿਹਨੇ ਕੀਤੀ ਆ? ਤੁਹਾਡੇ ਜਥੇਦਾਰ ਕਿਰਪਾਲ ਸਿੰਘ ਨੇ ਕੀਤੀ ਆ, ਜਿਹੜਾ ਦਰਬਾਰ ਸਾਹਿਬ ਦਾ ਜਦੋਂ ਢੱਠਿਆ ਅਕਾਲ ਤਖਤ ਸਾਹਿਬ, ਉਹਦੇ ਸਾਹਮਣੇ ਖੜ ਕੇ ਝੂਠ ਬੋਲ ਰਿਹਾ, ਉਹ ਗੁੰਮਰਾਹ ਕਰ ਰਿਹਾ, ਮਿਸਲੀਡ ਕਰ ਰਿਹਾ ਕੌਮ ਨੂੰ। ਤੁਹਾਨੂੰ ਦੱਸਣਾ ਪਊ ਜਦੋਂ ਨਿਰੰਕਾਰੀ ਕਲੈਸ਼ ਹੋਇਆ, ਉਹ ਜਥੇਦਾਰ ਅਕਾਲ ਤਖਤ ਸਾਹਿਬ ਤੇ SGPC ਕਿੱਥੇ ਸੀ? ਜਦੋਂ 84 ਵੇਲੇ ਦਰਬਾਰ ਸਾਹਿਬ ਤੋਂ ਬਾਅਦ ਇੰਦਰਾ ਗਾਂਧੀ ਆਈ, ਜਿਹੜੇ ਸਿੰਘ ਸਾਹਿਬ ਇਹ ਕਹਿੰਦੇ ਆ ਨਾ ਕਿ ਕੌਮ ਦੀ ਅਗਵਾਈ ਕਰਨਗੇ, ਉਹਦੇ ਅੱਗੇ ਪਿੱਛੇ ਭੱਜੇ ਫਿਰਦੇ ਸੀ। ਉਹ ਰੋਸ ਵਜੋਂ ਕਾਲੀ ਪਾਗੀ ਬੰਨ ਲੈਂਦੇ ਕਿ ਸਾਡੇ ਨਾਲ ਹੋਇਆ ਕੀ ਹੈ ਇੱਥੇ। ਲਾਸ਼ਾਂ ਸਾਡੀਆਂ ਇਹਨਾਂ ਨੇ ਭੰਗੀਆਂ ਤੋਂ ਚੁਕਵਾਈਆਂ। ਸਾਡੇ ਸ਼ਮਸ਼ਾਨ ਘਾਟ 'ਚ ਸਾਨੂੰ ਲੱਦ ਕੇ ਲੈ ਕੇ ਗਏ, ਇੱਕ ਲਾਸ਼ ਦੇ ਉੱਤੇ ਦੂਜੀ ਲਾਸ਼। ਉਹਦਾ ਜਵਾਬ ਦੇਵੇ DC ਅੰਮ੍ਰਿਤਸਰ ਉਸ ਟਾਈਮ ਦਾ ਰਮੇਸ਼ਿੰਦਰ ਸਿੰਘ ਕਿ ਇਹ ਚੀਜ਼ ਕਿਹਦੇ ਆਰਡਰਸ ਤੇ ਹੋਈ ਆ, ਕਿਉਂਕਿ ਮਿਊਨਿਸਪਲ ਕਾਰਪੋਰੇਸ਼ਨ ਇਜ਼ ਅੰਡਰ ਦਾ ਡਾਇਰੈਕਟ ਕੰਟਰੋਲ ਆਫ ਡਿਪਟੀ ਕਮਿਸ਼ਨਰ ਅੰਮ੍ਰਿਤਸਰ। ਇਹ ਗੱਲਾਂ ਦੱਸਣੀਆਂ ਪੈਣਗੀਆਂ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ। ਆਪਣਾ ਇਹ ਕਹਿਣੋਂ ਹਟ ਜਾਓ ਭੁੰਡਰ ਸਾਹਿਬ ਕਿ ਸਾਡਾ ਬੜਾ ਮਾਨ ਮੱਤਾ ਇਤਿਹਾਸ ਆ, ਤੁਸੀਂ ਸਿੱਖ ਪੰਥ ਨੂੰ ਮਿਸਲੀਡ ਕੀਤਾ, 47 ਵੇਲੇ ਵੀ ਕੀਤਾ, 1920 ਤੇ ਵੀ ਕੀਤਾ, ਐਂਡ ਆਫਟਰ 1984 ਵੀ ਕੀਤਾ। ਅੱਗ ਥੋੜੀ ਲਾਈ ਹੋਈ ਸੀ। ਡੈਮੋਕ੍ਰੈਟਿਕ ਵੇ ਨਾਲ ਜਿਹੜਾ ਪੀਸਫੁਲ ਸਟਰਗਲ ਲੜਿਆ ਜਾ ਰਿਹਾ ਸੀ, ਉਹਨੂੰ ਸੰਤ ਹਰਚੰਦ ਸਿੰਘ ਲਾਂਗੋਵਾਲ ਤੇ ਸੰਤ ਭਿੰਡਰਾਲਾ ਨੂੰ ਕਮਾਂਡ ਦਿੱਤੀ ਤੇ ਕੀ ਪਦਵੀ ਕੀ ਦਿੱਤੀ? ਡਿਕਟੇਟਰ। ਕਦੀ ਡਿਕਟੇਟਰ ਵੀ ਡੈਮੋਕ੍ਰੈਟਿਕ ਮੂਵਮੈਂਟ ਚਲਾਉਂਦੇ ਆ ਜੀ? ਇਹ ਵੀ ਦੱਸਣਾ ਪਊਗਾ। ਜਿਹੜੇ ਭਗਤ ਸਿੰਘ ਦੀ ਤਸਵੀਰ ਲਾਉਣਾ ਚਾਹੁੰਦੇ ਸੀ ਨਾ, ਇੱਥੇ ਫਿਰ ਮੈਂ ਐਂਡ ਕਰਦਾ ਕਿ ਉਹ ਪਹਿਲੇ ਮੰਗ ਕਰਨ ਕਿ ਸੰਤ ਹਰਚੰਦ ਸਿੰਘ ਲਾਂਗੋਵਾਲ ਦੀ ਤਸਵੀਰ ਲਾਓ ਅਜਾਇਬ ਘਰ ਚੋਂ, ਸਰਜੀਤ ਸਿੰਘ ਬਰਨਾਲੇ ਦੀ ਤਸਵੀਰ ਲਾਓ, ਜਿਨ੍ਹਾਂ ਨੇ ਸਾਡਾ ਪੰਜਾਬ ਵੇਚਤਾ 1985 ਚ, ਜਦੋਂ ਉਹਨਾਂ ਨੇ ਸਮਝੌਤਾ ਕੀਤਾ ਰਾਜੀਵ ਗਾਂਧੀ ਨਾਲ। ਉਹਨਾਂ ਦੀਆਂ ਤਸਵੀਰਾਂ ਲਾਓ, ਉਹਨਾਂ ਦੇ ਸ਼ਹੀਦੀ ਸਮਾਗਮ ਕਰਨੇ ਬੰਦ ਕਰੋ। ਉਹਨਾਂ ਨੇ ਸਾਡਾ ਪੰਜਾਬ ਵੇਚਿਆ। ਉਹ ਤੁਹਾਡੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਸੀ, ਜਿਹਨੂੰ ਤੁਸੀਂ ਸੰਤ ਕਹਿੰਦੇ ਆ। ਕਦੀ ਉਹਦੇ ਇਲਾਕੇ 'ਚ ਪੁੱਛ ਕੇ ਦੇਖੋ ਵੀ ਉਹ ਕਿੱਡਾ ਕੁ ਸੰਤ ਸੀ ਤੇ ਉਹਨੇ ਅੱਜ ਤੱਕ ਪੰਜਾਬ ਲਈ ਕੀਤਾ ਕੀ ਆ। ਉਹਨਾਂ ਨੇ ਸਾਡੇ ਪੰਜਾਬ ਨੂੰ ਗਹਿਣੇ ਕਰਤਾ ਸੀ ਰਾਜੀਵ ਦੇ ਥੱਲੇ। ਰਾਜੀਵ ਨੇ ਆਪਣੀ ਵੈਸਟ ਲਾ ਕੇ ਉਹਨੂੰ ਫੜਾਤੀ ਸੀ ਵੀ ਹੁਣ ਮੈਨੂੰ ਬੁਲਟ ਪ੍ਰੂਫ ਜੈਕਟ ਦੀ ਲੋੜ ਨਹੀਂ, ਤੈਨੂੰ ਪੈਣੀ ਆ, ਕਿਉਂਕਿ ਗਦਾਰੀ ਤੂੰ ਕਰਕੇ ਚੱਲਿਆ ਸੀ। ਇਹ ਆਹ ਆਵਾਜ਼ ਕੌਣ? ਮਾਨ ਸਿੰਘ ਮਾਨ ਹੁਣੀ ਕਿ ਉਹਨਾਂ ਦੀਆਂ ਫੋਟੋਆਂ ਲਾਓ ਅਜਾਇਬ ਘਰ ਚੋਂ, ਜਿਹੜੇ ਕੌਮ ਦੇ ਗਦਾਰਾਂ ਦੀਆਂ ਇਹਨਾਂ ਨੇ ਲਾਈਆਂ ਹੋਈਆਂ। ਬਿਲਕੁਲ, ਬਹੁਤ ਮਿਹਰਬਾਨੀ ਗਿੱਲ ਸਾਹਿਬ। ਬੜੇ ਅਹਿਮ ਮੁੱਦੇ ਆ ਜਿਹੜੇ ਅੱਜ ਤੁਸੀਂ ਛੋਏ। ਅਸੀਂ ਫੇਰ ਜੁੜਾਂਗੇ ਅਗਲੇ। ਥੈਂਕ ਯੂ। ਸਤਿ ਸ਼੍ਰੀ ਅਕਾਲ। ਰਣਜੀਤ ਸਿੰਘ ਕੁੱਕੀ ਗਿੱਲ ਹੋਰਾਂ ਦੇ ਨਾਲ ਸੱਜਣੋਂ ਗੱਲਬਾਤ ਚੱਲਦੀ ਸੀ ਤੇ ਅਸੀਂ ਇਸ ਪੇਜ ਤੇ, ਸੁਖਨੈਬ ਸਿੰਘ ਸਿੱਧੂ ਸਾਡਾ ਪੇਜ ਆ ਤੇ ਨਾਲ PNO ਮੀਡੀਆ ਗਰੁੱਪ ਸਾਡਾ ਚੈਨਲ ਹੈ, ਇਹਦੇ ਤੇ ਹਾਜ਼ਰੀ ਭਰਦੇ ਰਹਿੰਦੇ ਆ, ਪੰਜਾਬ ਦੀ ਗੱਲ ਕਰਦੇ। ਤੁਸੀਂ ਸਾਡੇ ਹੋਰ ਵੀਡੀਓਜ਼ ਦੇਖ ਸਕਦੇ ਹੋ, ਗੱਲਬਾਤ ਚੰਗੀ ਲੱਗੇ ਸ਼ੇਅਰ ਕਰ ਸਕਦੇ ਹੋ। ਸਹਿਯੋਗ ਦੇਣ ਦੇ ਵਾਸਤੇ ਬਹੁਤ ਸਾਰੇ ਤਰੀਕੇ ਆ, ਸਟਾਰ ਤੋਂ ਲੈ ਕੇ ਐਡਵਰਟਾਈਜ਼ਮੈਂਟ ਤੱਕ ਦੇ ਬਹੁਤ ਸਾਰੇ ਤਰੀਕੇ ਆ, ਉਹ ਤੁਸੀਂ ਇੱਥੇ ਕਿਸੇ ਵੀ ਰੂਪ 'ਚ ਸਾਨੂੰ ਸਹਿਯੋਗ ਕਰ ਸਕਦੇ ਹੋ। ਅਗਲੀ ਗੱਲ ਹੈ ਕਿ ਜੇ ਗੱਲ ਵਧੀਆ ਲੱਗਦੀ ਹੈ ਇਹਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ, ਤਾਂ ਇਹ ਗੱਲ ਦੂਰ ਦੂਰ ਤੱਕ ਜਾਊਗੀ। ਪੰਜਾਬ ਦੀ ਗੱਲ
ਅੱਗੇ ਚੱਲੂ। ਤੇ ਜੇ ਤੁਹਾਨੂੰ ਕਿਤੇ ਇਹ ਲੱਗੇ ਕਿ ਇਹ ਕਿਸੇ ਇੱਕ ਧਿਰ ਦੇ ਵੱਲ ਝੁਕੇ ਹੋਏ ਨਜ਼ਰ ਆਉਂਦੇ, ਫਿਰ ਜ਼ਰੂਰ ਕਮੈਂਟ ਕਰਕੇ ਸਾਨੂੰ ਦੱਸਿਓ। ਅਸੀਂ ਯਤਨ ਕਰਾਂਗੇ ਕਿ ਜੇ ਕਿਤੇ ਸਾਡੇ ਤੋਂ ਕੋਈ ਕੋਤਾਹੀ ਹੋ ਰਹੀ ਹੈ ਤਾਂ ਉਹਨੂੰ ਸੰਭਾਲੀਏ, ਪਰ ਗੱਲ ਪੰਜਾਬ ਦੀ ਕਰੀਏ, ਪੰਜਾਬੀਅਤ ਦੀ। ਫਿਰ ਮਿਲਦੇ ਹਾਂ। ਰੱਬ ਰਾਖਾ, ਇਨਸਾਨੀਅਤ ਜਿੰਦਾਬਾਦ।